ਬਿਲਾਵਲ ਮਹਿਲਾ ਪੰਜਵਾ। ਅਟਲ ਬਚਨ ਸਾਧੂ ਜਨਾ ਸਭ ਮੈਂ ਪ੍ਰਗਟਾਇਆ। ਜਿਸ ਜਨ ਹੋਆ ਸਾਧ ਸੰਗ ਤਿਸ ਭੇਟੈ ਹਰਿ ਰਾਇਆ। ਅਟਲ ਬਚਨ ਸਾਧੂ ਜਨਾ ਸਭ ਮਹਿ ਪ੍ਰਗਟਾਇਆ। ਜਿਸ ਜਨ ਹੁਆ ਸਾਧ ਸੰਗ ਤਿਸ ਭੇਟੈ ਹਰਿ ਰਾਇਆ। ਏ ਪ੍ਰਤੀਤ ਗੋਬਿੰਦ ਕੀ ਇਹ ਪ੍ਰਤੀਤ ਗੋਬਿੰਦ ਕੀ ਜਪ ਹਰਿ ਸੁਖ ਪਾਇਆ। ਅਨਕ ਬਾਤਾਂ ਸਭ ਕਰ ਰਹੇ ਗੁਰ ਘਰ ਲੈ ਆਇਆ। ਰਹਾਉ ਸਰਣ ਪਰੇ ਕੀ ਰਾਖਤਾ ਨਾਹੀ ਸਹਸਾਇਆ। ਕਰਮ ਭੂਮ ਹਰਿ ਨਾਮ ਬੋਏ ਅਵਸਰ ਦੁਲ ਪਾਇਆ। ਅੰਤਰਜਾਮੀ ਆਪ ਪ੍ਰਭ ਸਭ ਕਰੇ ਕਰਾਇਆ। ਪਤਿਤ ਪੁਨੀਤ ਘਣ ਕਰ ਠਾਕੁਰ ਬਿਰਦਾਇਆ। ਮਤ ਭੂਲੋ ਮਾਨੁਖ ਮਾ ਜਾਨੋ ਮਾਇਆ ਪਰਮਾਇਆ। ਮਤ ਭੂਲੋ ਮਾਨੁਖ ਜਾਨੋ ਮਾਇਆ ਪਰਮਾਇਆ। ਨਾਨਕ ਤਿਸ ਪਤ ਰਾਖਸੀ ਜੋ ਪ੍ਰਭ ਪਹਿਰਾਇਆ। ਨਾਨਕ ਤਿਸ ਪਤ ਰਾਖਸੀ ਜੋ ਪ੍ਰਭ ਪਹਿਰਾਇਆ। ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਦੇ ਵਿੱਚ ਸੁਭਾਈਮਾਨ ਗੁਰੂ ਪਿਆਰਿਓ, ਆਪ ਵਡਭਾਗੇ ਹੋ। ਆਓ ਗੁਰਬਾਣੀ ਵਿਚਾਰ ਆਰੰਭ ਕਰੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪਸ ਵਿੱਚ ਗੁਰਫਤਿਹ ਦੀ ਸਾਂਝ ਪਾਉਣੀ। ਸਭ ਨੇ ਬੋਲਣਾ ਜੀ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਸ਼ਬਦ ਆਪਾਂ ਗਾਇਨ ਕੀਤਾ ਹੈ, ਬੜੇ ਪਿਆਰ ਦੇ ਲਹਿਜੇ ਵਿੱਚ ਪਾਤਸ਼ਾਹ ਨੇ ਇਸ ਸ਼ਬਦ ਨੂੰ ਸਾਡੀ ਝੋਲੀ ਦੇ ਵਿੱਚ ਪਾਇਆ। ਬਿਲਾਵਲ ਮਹੱਲਾ ਪੰਜਵਾ ਦਾ ਰਹਾਉ ਦਾ ਜੋ ਬੰਦ ਹੈ, ਤੁਕ ਹੈ, ਉਸ ਦੇ ਵਿੱਚ ਕੀ ਫਰਮਾਨ ਕਰਦੇ ਨੇ ਪਾਤਸ਼ਾਹ। ਇਹ ਪ੍ਰਤੀਤ ਗੋਬਿੰਦ ਕੀ ਜਪ ਹਰ ਸੁਖ ਪਾਇਆ। ਗੱਲ ਚੱਲੀ ਆ ਪ੍ਰਤੀਤ ਦੀ, ਗੱਲ ਚੱਲੀ ਆ ਵਿਸ਼ਵਾਸ ਦੀ, ਗੱਲ ਚੱਲੀ ਆ ਯਕੀਨ ਦੀ। ਇਹ ਪ੍ਰਤੀਤ ਗੋਬਿੰਦ ਕੀ ਜਪ ਹਰ ਸੁਖ ਪਾਇਆ। ਪਾਤਸ਼ਾਹ ਜ਼ਿਕਰ ਕਰਦੇ ਨੇ, ਕਹਿੰਦੇ ਗੁਰੂ ਹੀ ਪਰਮਾਤਮਾ ਬਾਰੇ ਸਾਨੂੰ ਇਹ ਨਿਸ਼ਚਾ ਕਰਵਾ ਦਿੰਦਾ ਹੈ, ਇਹ ਯਕੀਨ ਕਰਵਾ ਦਿੰਦਾ ਹੈ, ਇਹ ਇੱਕ ਸਾਡਾ ਵਿਸ਼ਵਾਸ ਬਣਾ ਦਿੰਦਾ ਹੈ। ਇਹ ਪ੍ਰਤੀਤ ਪਾਤਸ਼ਾਹ ਜੀ ਕਹਿੰਦੇ ਗੋਬਿੰਦ ਕੀ ਕਿਵੇਂ ਬਣੇਗੀ? ਜਪ ਹਰ ਸੁਖ ਪਾਇਆ। ਪਾਤਸ਼ਾਹ ਜੀ ਕਹਿੰਦੇ ਪਰਮਾਤਮਾ ਦਾ ਨਾਮ ਜਪ ਕੇ ਹੀ ਮਨੁੱਖ ਆਤਮਿਕ ਆਨੰਦ ਵਿੱਚ ਟਿਕਦਾ, ਤੇ ਆਤਮਿਕ ਆਨੰਦ ਵਿੱਚ ਟਿਕਿਆ ਹੋਇਆ ਮਨੁੱਖ ਪਰਮੇਸ਼ਰ ਪਰਮਾਤਮਾ ਦਾ ਦੀਦਾਰ ਕਰ ਲੈਂਦਾ ਹੈ, ਜਿਹਨੂੰ ਆਪਾਂ ਕਹਿ ਦਈਏ ਦਰਸ਼ਨ ਕਰ ਲੈਂਦਾ ਹੈ। ਇਹ ਕਿਵੇਂ ਹੋ ਸਕਦਾ?
ਕਿ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਕਿਸੇ ਨੂੰ ਦਰਸ਼ਨ ਵੀ ਦਿੰਦੇ ਆ? ਹਾਂ, ਦਰਸ਼ਨ ਦਿੰਦੇ ਆ, ਜ਼ਰੂਰ ਦਿੰਦੇ ਆ। ਪਰ ਦਰਸ਼ਨ ਕਰਦਾ ਕੌਣ ਹੈ? ਉਹ ਕਿਹੜੀ ਵਡਭਾਗੀ ਰੂਹ ਆ ਜਿਹੜੀ ਰੱਬ ਦੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨ ਕਰਦੀ ਹੈ, ਦੀਦਾਰ ਕਰਦੀ ਆ। ਫਿਰ ਸਤਿਗੁਰੂ ਪਾਤਸ਼ਾਹ ਨੇ ਇੱਥੇ ਦ੍ਰਿਸ਼ਟਾਂਤ ਜੋ ਦਿੱਤਾ ਨਾ ਕਿ ਇਹ ਪ੍ਰਤੀਤ ਗੋਬਿੰਦ ਕੀ ਜਪ ਹਰ ਸੁਖ ਪਾਇਆ, ਇਸ ਪੂਰੀ ਪੰਕਤੀ ਨੂੰ ਆਪਾਂ ਧਿਆਨ ਨਾਲ ਪੜ੍ਹੋ। ਗੁਰੂ ਸਾਨੂੰ ਰੱਬ ਦਾ ਯਕੀਨ ਦਿਵਾਉਂਦਾ। ਉਦਾਹਰਣ, ਇੱਕ ਦੋ ਪਰਿਵਾਰਾਂ ਦੇ ਸੰਨ 'ਚ ਵਿਚੋਲਾ ਤੇ ਦੋਨੇ ਪਰਿਵਾਰਾਂ ਦੀ ਜਿਹੜੀ ਵਿਸ਼ਵਾਸ ਦੀ ਡੋਰ ਆ ਨਾ, ਉਹ ਵਿਚੋਲੇ ਦੇ ਹੱਥ 'ਚ ਆ। ਲੜਕੇ ਵਾਲਾ ਪਰਿਵਾਰ ਵੀ ਵਿਸ਼ਵਾਸ ਕਰਦਾ ਵੀ ਸਾਡੇ ਨਾਲ ਧੋਖਾ ਕਰਵਾਉਂਦੇ ਹੀ ਨਹੀਂ, ਤੇ ਲੜਕੀ ਵਾਲਾ ਪਰਿਵਾਰ ਵੀ ਯਕੀਨ ਕਰਦਾ ਸਾਡੇ ਨਾਲ ਧੋਖਾ ਕਰਵਾਉਂਦੇ ਹੀ ਨਹੀਂ ਹੈ। ਯਕੀਨ ਆ। ਵਿਦੇਸ਼ ਜਾਣਾ ਹੋਵੇ, ਸਾਨੂੰ ਨਹੀਂ ਪਤਾ ਕਿੱਥੇ ਜਾਣਾ, ਕਿਵੇਂ ਜਾਣਾ, ਕੀ ਗੱਲ ਆ, ਕੀ ਬਾਤ ਆ, ਪਰ ਇੱਕ ਸਾਡੇ ਸੰਨ ਦੇ ਵਿੱਚ ਵਿਚੋਲੇ ਦੇ ਰੂਪ 'ਚ ਇੱਕ ਏਜੰਟ ਹੈ, ਜਿਹਨੂੰ ਲੱਖਾਂ ਰੁਪਈਆ ਬੰਦਾ ਦੇਂਦਾ। ਕਾਹਦੇ ਕਰਕੇ ਦਿੰਦਾ? ਕੇਵਲ ਤੇ ਕੇਵਲ ਯਕੀਨ ਕਰਕੇ, ਵਿਸ਼ਵਾਸ ਕਰਕੇ। ਸੋਚੋ, ਕਾਸ਼ ਅਸੀਂ ਹੈਰਾਨ ਹੁੰਨੇ ਆ ਵੀ ਕਿਤੇ ਅਜਿਹੇ ਮਨੁੱਖ ਨੂੰ ਜਿੰਨਾ ਯਕੀਨ ਵਿਸ਼ਵਾਸ ਇੱਕ ਏਜੰਟ ਤੇ ਹੈ, ਜਿੰਨਾ ਵਿਸ਼ਵਾਸ ਇੱਕ ਵਿਚੋਲੇ ਤੇ ਹੈ, ਕਾਸ਼ ਕਿਤੇ ਇੰਨਾ ਯਕੀਨ, ਇੰਨਾ ਵਿਸ਼ਵਾਸ ਸੱਚੇ ਪਰਮੇਸ਼ਰ ਪਰਮਾਤਮਾ ਨਾਲ ਜੁੜਨ ਦੇ ਲਈ ਗੁਰੂ ਤੇ ਕਰ ਲਵੇ, ਜ਼ਿੰਦਗੀ ਬਦਲ ਜਾਊਗੀ। ਪਰ ਹੁੰਦਾ ਨਹੀਂ। ਠੀਕ ਆ ਵੀ ਸਾਰੇ ਕਹਿੰਦੇ ਜੀ ਮੈਨੂੰ ਵਿਸ਼ਵਾਸ ਆ, ਪਰ ਵੀਰਵਾਰ ਨੂੰ ਚਿਰਾਗ ਤਾਂ ਲੱਗਦੇ ਆ ਨਾ। ਆਪਾਂ ਸਾਰੇ ਹੀ ਕਹਿੰਦੇ ਆ ਜੀ ਮੈਨੂੰ ਵਿਸ਼ਵਾਸ ਆ, ਪਰ ਚੋਰੀਆਂ ਰੋਟ ਤਾਂ ਬਣਦੀ ਆ ਨਾ। ਮੋਟੀ ਰੋਟੀ ਪੈਰਾਂ ਨਾਲ ਥੱਪੀ ਹੋਈ ਧਰਤੀ ਦੇ ਉੱਪਰ। ਸੋਚੋ, ਜੇ ਆਪਾਂ ਕਹਿੰਦੇ ਨਾ ਸਾਨੂੰ ਯਕੀਨ ਆ ਜੀ, ਵਿਸ਼ਵਾਸ ਆ, ਚੁੱਪ ਕੇ ਅਸੀਂ ਸਾਰੇ ਬੁਰੇ ਕੰਮ ਕਰੀ ਜਾਂਦੇ ਆ ਨਾ। ਥੋੜੇ ਨਹੀਂ ਕਰਦੇ, ਸਾਰੇ ਕਰੀ ਜਾਂਦੇ, ਲੁੱਕ ਕੇ ਜੇ ਵੀ ਦਿਸ ਨਾ ਜਾਣ, ਕਿਸੇ ਨੂੰ ਨਜ਼ਰ ਨਾ ਪੈ ਜਾਵੇ, ਕੁਛ ਨਹੀਂ ਹੁੰਦਾ, ਇੱਕ ਹੀ ਹੁੰਦਾ, ਸਾਰਾ ਕੁਛ ਹੀ ਚੱਲੀ ਜਾਂਦਾ ਗਾ। ਇਹ ਵਿਸ਼ਵਾਸ ਨਹੀਂ ਹੈ। ਹੁਣ ਇੱਥੋਂ ਇੱਕ ਐਗਜ਼ਾਮਪਲ ਸਾਡੇ ਸਾਹਮਣੇ ਆਈ ਆ, ਉਦਾਹਰਣ ਸਾਡੇ ਸਾਹਮਣੇ ਆਈ ਆ ਵੀ ਜਿੰਨਾ ਕੁ ਵਿਸ਼ਵਾਸ ਦੋ ਪਰਿਵਾਰਾਂ ਨੂੰ ਇੱਕ ਵਿਚੋਲੇ ਤੇ ਆ ਨਾ, ਇੰਨਾ ਵਿਸ਼ਵਾਸ ਸਾਨੂੰ ਏਜੰਟ ਤੇ ਹੈ। ਅਸੀਂ ਜਾਣਦੇ ਨਹੀਂ, ਬੁੱਝਦੇ ਨਹੀਂ, ਕਿੱਥੇ ਜਾਣਾ, ਕਿਵੇਂ ਜਾਣਾ। ਲੱਖਾਂ ਰੁਪਈਆ ਬੰਦਾ ਏਜੰਟ ਦੀ ਝੋਲੀ ਵਿੱਚ ਪਾ ਦਿੰਦਾ। ਕਾਹਦੇ ਕਰਕੇ? ਕੇਵਲ ਵਿਸ਼ਵਾਸ ਕਰਕੇ। ਜੀ ਇੰਨਾ ਵਿਸ਼ਵਾਸ, ਇੰਨਾ ਯਕੀਨ, ਇੰਨਾ ਭਰੋਸਾ, ਇੰਨੀ ਦ੍ਰਿੜਤਾ ਸਾਡੇ ਅੰਦਰ ਬਣ ਜਾਵੇ ਤਾਂ ਸੋਚੋ, ਸਾਡਾ ਗੁਰੂ ਤੇ ਵਿਸ਼ਵਾਸ ਬਣਿਆ ਨਾ, ਅਸਫਲ ਨਹੀਂ ਹੋਵੇਗਾ, ਸਫਲ ਹੋਵਾਂਗੇ। ਸਾਡਾ ਯਕੀਨ ਬਣ ਜਾਵੇ। ਆਪਣੀ ਗੱਲ ਸੀ। ਫਿਰ ਰੱਬ ਦੇ ਦਰਸ਼ਨ ਕਿਵੇਂ ਹੁੰਦੇ ਆ? ਜਦੋਂ ਮਨੁੱਖ ਅੰਦਰੋਂ ਕਲਪਨਾ ਤੋਂ ਮੁਕਤ ਹੋ ਗਿਆ। ਕਲਪਨਾ ਤੋਂ ਮੁਕਤ ਹੋਈ ਜ਼ਿੰਦਗੀ ਹੀ ਆਨੰਦਮਈ ਜ਼ਿੰਦਗੀ ਆ। ਪਰ ਜਿਹੜੀ ਕਲਪਨਾ ਨਾ, ਜਿਹੜੀ ਚਿੰਤਾ ਗੀ, ਜਿਹੜੀ ਭਾਵ ਸਾਡੇ ਅੰਦਰ ਦੀ ਦੌੜ ਭੱਜ ਆ, ਇੱਕ ਤਾਂ ਬਾਹਰੀ ਦੌੜ ਭੱਜ ਆ, ਇੱਕ ਸਾਡੇ ਅੰਦਰ ਦੀ ਵੀ ਭੱਜ ਦੌੜ ਆ, ਜਿਹੜੀ 24 ਘੰਟੇ ਸਾਡੇ ਅੰਦਰ ਭੱਜ ਦੌੜ ਬਣੀ ਰਹਿੰਦੀ ਹੈ। ਜਿੰਨਾ ਟਾਈਮ ਉਸ ਭੱਜ ਦੌੜ ਤੋਂ ਵਿੱਚੋਂ ਬੰਦਾ ਮੁਕਤ ਨਹੀਂ ਹੁੰਦਾ ਤੇ ਉਹਨਾਂ ਟਾਈਮ ਅਸੀਂ ਆਨੰਦ ਵਿੱਚ ਨਹੀਂ ਜਾਵਾਂਗੇ। ਤੇ ਜਿੰਨਾ ਟਾਈਮ ਆਨੰਦ, ਸ਼ਾਂਤ, ਸਹਿਜ ਦੀ ਅਵਸਥਾ ਵਿੱਚ ਨਹੀਂ ਜਾਂਦੇ ਤੇ ਉਹਨਾਂ ਟਾਈਮ ਸਾਨੂੰ ਕੁਝ ਦਿਸੇਗਾ ਨਹੀਂ, ਕੁਝ ਨਹੀਂ ਦਿਸੇਗਾ, ਨਜ਼ਰ ਨਹੀਂ ਪਵੇਗਾ। ਟ੍ਰੇਨ ਦੇ ਵਿੱਚ ਬੈਠੇ ਆ ਨਾ, ਬੜੀ ਫੁੱਲ ਸਪੀਡ ਤੇ ਜਾ ਰਹੀ ਆ, ਤੇ ਜੇ ਕੋਈ ਕਵੇ ਮੈਂ ਰਸਤੇ ਵਿੱਚ ਆਉਣ ਵਾਲੇ ਕਿਸੇ ਵੀ ਮੰਦਿਰ, ਮਸਜਿਦ, ਗੁਰਦੁਆਰਾ, ਗਿਰਜਾ ਘਰ ਦੇ ਦਰਸ਼ਨ ਕਰਨੇ ਨੇ, ਤੇ ਸੱਚ ਜਾਣਿਓ ਮਹਿਸੂਸ ਹੋਵੇਗਾ ਭੱਜੀ ਜਾਂਦੀ ਟ੍ਰੇਨ ਦੇ ਵਿੱਚ, ਮਹਿਸੂਸ ਵੀ ਗਿਰਜਾ ਘਰ ਲੰਘ ਗਿਆ, ਮੰਦਿਰ ਲੰਘ ਗਿਆ, ਮਸੀਤ ਲੰਘ ਗਈ, ਪਰ ਦਰਸ਼ਨ ਨਹੀਂ ਹੋਣਗੇ।
ਕਿਉਂ? ਕਿਉਂਕਿ ਟ੍ਰੇਨ ਭੱਜ ਰਹੀ ਆ। ਇਵੇਂ ਜਿਵੇਂ ਸਾਡੇ ਦਿਮਾਗ ਦੀ ਟ੍ਰੇਨ ਆ ਜਿਹੜੀ, ਉਹ ਰੁਕਦੀ ਨਹੀਂ, ਭੱਜ ਰਹੀ ਆ। ਜਿੰਨਾ ਟਾਈਮ ਰੁਕਦੀ ਨਹੀਂ ਓਨਾ ਟਾਈਮ ਵਾਹਿਗੁਰੂ ਦੇ ਪ੍ਰਮਾਤਮਾ ਦੇ ਦਰਸ਼ਨ ਨਹੀਂ ਹੋਣਗੇ। ਜਦੋਂ ਉਹਦੇ ਦਰਸ਼ਨ ਹੋ ਗਏ ਫਿਰ ਸਾਰੇ ਦੁੱਖ ਕੱਟੇ ਜਾਣਗੇ। ਫਿਰ ਕੋਈ ਵੀ ਦੁੱਖ ਸਾਡੀ ਜ਼ਿੰਦਗੀ 'ਚ ਸਾਡੇ ਨਾਲ ਚੰਬੜੇਗਾ ਨਹੀਂ। ਇਹ ਗੱਲ ਕੀਤੀ ਆ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ। ਪਾਤਸ਼ਾਹ ਯਕੀਨ ਦੀ ਗੱਲ ਕਰਦੇ ਨੇ, ਪ੍ਰਤੀਤ ਦੀ, ਭਰੋਸੇ ਦੀ। ਕੀ ਕਹਿੰਦੇ ਨੇ? ਇਹ ਪ੍ਰਤੀਤ ਗੋਬਿੰਦ ਕੀ ਜਪ ਹਰ ਸੁਖ ਪਾਇਆ। ਪ੍ਰਭੂ ਪਰਮਾਤਮਾ ਨੂੰ ਜਪਿਆ ਕਰ, ਫਿਰ ਤੂੰ ਸੁਖ ਪਾਵੇਂਗਾ। ਦਿਨ ਰਾਤ ਉਹਦੀ ਅਰਾਧਨਾ ਕਰਿਆ ਕਰ, ਫਿਰ ਤੂੰ ਸੁਖ ਪਾਵੇਂਗਾ। ਅਨਕ ਬਾਤਾਂ ਸਭ ਕਰ ਰਹੇ, ਗੁਰ ਘਰ ਲੈ ਆਇਆ। ਗੁਰੂ ਸਾਹਿਬ ਜੀ ਕਹਿੰਦੇ ਇਸ ਧਰਤੀ ਤੇ ਹੋਰ ਬੜੇ ਜੀਵ ਨੇ, ਬੜੇ ਜੀਵ ਨੇ, ਥੋੜੇ ਨਹੀਂ। ਸਭ ਕੀ ਕਰਦੇ ਨੇ? ਗੱਲਾਂ, ਕੇਵਲ ਗੱਲਾਂ ਕਰਦੇ ਨੇ, ਗੱਲਾਂ ਸੁਣਦੇ ਨੇ। ਕਲਪਨਾ ਤੋਂ ਮੁਕਤ ਕੋਈ ਵੀ ਨਹੀਂ ਹੋ ਸਕਦਾ। ਗੱਲਾਂ ਬਹੁਤ ਹੋ ਰਹੀਆਂ ਨੇ। ਭਗਤ ਕਬੀਰ ਸਾਹਿਬ ਨੇ ਵੀ ਲਿਖਿਆ ਨਾ, ਵਾਤਨ ਹੀ ਅਸਮਾਨ ਗਰਾਵਹੀਂ। ਗੱਲਾਂ ਬਾਤਾਂ ਦੇ ਨਾਲ ਨਾ ਗੁਰੂ ਸਾਹਿਬ ਜੀ ਕਹਿੰਦੇ ਬੰਦਾ ਅਸਮਾਨ ਥੱਲੇ ਲਾ ਲੈਂਦਾ। ਗੱਲਾਂ ਬਾਤਾਂ ਨਾਲ ਆਪਾਂ ਆਮ ਹੀ ਕਹਿ ਦਿੰਦੇ ਹਾਂ, ਗੱਲਾਂ ਬਾਤਾਂ ਨਾਲ ਤਾਂ ਅਸਮਾਨ 'ਚ ਟਾਕੀਆਂ ਲਾ ਦਿੰਦਾ ਭਾਈ, ਗੱਲਾਂ ਬਾਤਾਂ ਨਾਲ। ਪਰ ਗੱਲਾਂ ਬਾਤਾਂ ਨਾਲ ਉਹ ਰੱਬ ਜੀ ਪਰਮਾਤਮਾ ਪਰਮੇਸ਼ਰ ਨਾਲ ਸਾਂਝ ਨਹੀਂ ਪੈਂਦੀ ਗੱਲਾਂ ਬਾਤਾਂ ਨਾਲ। ਹਾਂ ਪਵੇਗੀ ਗੱਲਾਂ ਬਾਤਾਂ ਨਾਲ ਹੀ ਸਾਂਝ, ਬੋਲਣ ਨਾਲ, ਸੁਣਨ ਨਾਲ ਸਾਂਝ ਪਵੇਗੀ। ਪਰ ਜਿਹੜੀਆਂ ਗੱਲਾਂ ਅਸੀਂ ਕਰਦੇ ਹਾਂ, ਇਹਨਾਂ ਗੱਲਾਂ ਤੇ ਉਹ ਵਾਹਿਗੁਰੂ ਨਹੀਂ ਰੀਝਦਾ। ਆਪਾਂ ਨੂੰ ਪਤਾ ਨਾ, ਬੰਦੇ ਬੰਦੇ ਦੀ ਆਵਾਜ਼ ਦਾ ਫਰਕ ਹੁੰਦਾ। ਇੱਕ ਮਨੁੱਖ ਉਹ ਹੈ ਜਿਹੜਾ ਗੁਰੂ ਦਾ ਜਸ ਕਰਦਾ, ਪਿਆਰੀ ਬਾਣੀ ਪੜ੍ਹਦਾ ਤੇ ਹਰ ਇੱਕ ਦਾ ਹਿਰਦਾ ਕੀਲਿਆ ਜਾਂਦਾ। ਬਾਣੀ ਉਹੀ ਆ, ਆਵਾਜ਼ ਉਹੀ ਆ, ਪਰ ਆਵਾਜ਼ ਵਿੱਚੋਂ ਰਸ ਖਤਮ ਹੋ ਗਿਆ ਤੇ ਹੁਣ ਬਾਣੀ ਪੜ੍ਹਨ ਦੇ ਬਾਵਜੂਦ ਮਨੁੱਖ ਸੁਣਨ ਵਾਲਾ ਸ਼ਾਂਤ ਨਹੀਂ ਹੋ ਸਕਿਆ। ਕਹਿੰਦਾ ਲੱਜਤ ਜੀ ਨਹੀਂ ਆਈ। ਕਿਉਂ? ਬਸ ਇਹਦਾ ਮਤਲਬ ਇਹ ਆ, ਗੱਲਾਂ ਗੱਲਾਂ ਵਿੱਚ ਫਰਕ ਹੈ। ਇੱਕ ਗੱਲ ਉਹ ਆ ਜਿਹੜੀ ਵਾਹਿਗੁਰੂ ਨਾਲ ਮਿਲਾ ਦੇਵੇ, ਤੇ ਇੱਕ ਗੱਲ ਉਹ ਆ ਜਿਹੜੀ ਵਾਹਿਗੁਰੂ ਨਾਲ ਯਾਰੀ ਨਹੀਂ ਪਵਾਉਂਦੀ। ਗੱਲਾਂ ਗੱਲਾਂ 'ਚ ਫਰਕ ਆ ਨਾ। ਇਸੇ ਕਰਕੇ ਪਾਤਸ਼ਾਹ ਜੀ ਕਹਿੰਦੇ ਅਨੇਕਾਂ ਗੱਲਾਂ ਕਰਕੇ ਥੱਕ ਜਾਂਦੇ ਨੇ, ਪਰ ਗੱਲਾਂ ਦੇ ਵਿੱਚੋਂ ਸਫਲਤਾ ਨਹੀਂ ਮਿਲਦੀ। ਜ਼ਿੰਦਗੀ 'ਚ ਪ੍ਰਤੀਤ ਬਣਾਉਣ ਦੇ ਲਈ ਕੁਛ ਕਰਨਾ ਪੈਂਦਾ, ਹਿੰਮਤ ਕਰਨੀ ਪੈਂਦੀ। ਆਪਾਂ ਆਮ ਹੀ ਕਹਿੰਦੇ ਸਾਧ ਦੇ ਵਚਨਾਂ ਨੇ ਕੰਮ ਨਹੀਂ ਕਰਨਾ। ਥੋੜ੍ਹਾ ਬਹੁਤਾ ਭਾਈ ਆਪਣੇ ਵੱਲੋਂ ਉੱਦਮ, ਉਪਰਾਲਾ, ਕਾਰੋਬਾਰ ਵਧਾਉਣ ਦੇ ਲਈ ਹਿੰਮਤ ਕਰਨੀ ਪਵੇਗੀ। ਕੁਛ ਨਾ ਕੁਛ ਤਾਂ ਕਰਨਾ ਹੀ ਪਵੇਗਾ ਨਾ। ਫਿਰ ਤੇਰੇ ਸੰਕਟ ਨੇ ਜਿਹੜੇ, ਤੇਰੀ ਜ਼ਿੰਦਗੀ ਦੇ ਦੁੱਖ ਨੇ, ਇਹ ਦੂਰ ਹੋ ਜਾਣਗੇ। ਫਿਰ ਤੂੰ ਮਨ ਭਾਉਂਦਾ ਫਲ ਪ੍ਰਾਪਤ ਕਰੇਗਾ। ਫਿਰ ਬਾਣੀ 'ਚ ਲਿਖਿਆ ਨਾ, ਜੋ ਮੰਗੈ ਠਾਕੁਰ ਆਪਣੇ ਤੇ। ਦੁੱਧ ਮੰਗੇਗਾ ਦੁੱਧ ਮਿਲੇਗਾ, ਪੁੱਤ ਮੰਗੇਗਾ ਪੁੱਤ ਮਿਲੂਗਾ, ਧਨ ਮੰਗੇਗਾ ਧਨ ਮਿਲੂਗਾ। ਜੋ ਮੰਗੇਗਾ ਉਹੀ ਕੁਛ ਮਿਲੂ। ਪਰ ਥੋੜ੍ਹਾ ਜਿਹਾ ਯਕੀਨ, ਭਰੋਸਾ, ਵਿਸ਼ਵਾਸ ਬਣਾ। ਤੇ ਯਕੀਨ ਕਿਵੇਂ ਬਣੇਗਾ? ਭਰੋਸਾ, ਸ਼ਾਂਤਮਈ ਚਿੱਤ ਕਿਵੇਂ ਹੋਵੇਗਾ? ਸਹਿਜ ਦੀ ਅਵਸਥਾ ਕਿਵੇਂ ਬਣੂਗੀ? ਅੰਦਰ ਦੀ ਕਲਪਨਾ ਨੂੰ ਖਤਮ ਕਰਕੇ, ਅੰਦਰ ਦੀ ਭੱਜ ਦੌੜ ਨੂੰ ਖਤਮ ਕਰਕੇ, ਅੰਦਰ ਦੇ ਬੁਰੇ ਖਿਆਲਾਂ ਨੂੰ ਤੋੜ ਕੇ ਸੁੱਟਣ ਨਾਲ ਹੀ ਸਾਨੂੰ ਯਕੀਨ ਬਣ ਸਕਦਾ ਹੈ। ਆਓ ਅਗਲੀ ਤੁਕ ਤੇ। ਫਿਰ ਪਾਤਸ਼ਾਹ ਜੀ ਕਹਿੰਦੇ ਨਾ, ਅਟਲ ਵਚਨ ਸਾਧੂ ਜਨ ਸਭ ਮੈਂ ਪ੍ਰਗਟਿਆ। ਹੁਣ ਪਾਤਸ਼ਾਹ ਜੀ ਕਹਿੰਦੇ ਨਾ, ਗੁਰੂ ਦੇ ਬਚਨ ਕਦੇ ਟਲਣ ਵਾਲੇ ਨਹੀਂ ਹੁੰਦੇਗੇ। ਗੁਰੂ ਦਾ ਬਚਨ ਕਦੇ ਟਲਦਾ ਨਹੀਂ ਹੁੰਦਾ ਗਾ। ਬਾਣੀ 'ਚ ਕਈ ਥਾਈਂ ਹੋਰ ਵੀ ਬਚਨ ਇੱਦਾਂ ਦੇ ਆਉਂਦੇ ਨੇ, ਜਿਵੇਂ ਆਪਾਂ ਪੜ੍ਹਦੇ ਹਾਂ, ਸਾਧ ਵਚਨ ਅਟਲਾਧਾ। ਸਾਧ ਮੀਨਜ਼ ਗੁਰੂ। ਗੁਰੂ ਦਾ ਬਚਨ ਕਦੇ ਟਲਦਾ ਨਹੀਂ ਹੈ। ਤੇ ਹੁਣ ਕਈ ਵਾਰ ਨਾ ਇੱਥੇ ਸਾਨੂੰ ਭੁਲੇਖਾ ਪੈ ਜਾਂਦਾ। ਗੱਲ ਤਾਂ ਕਹੀ ਹੈ ਇਹ ਗੁਰੂ ਦੀ ਵੀ, ਗੁਰੂ ਦਾ ਵਚਨ ਟਲਦਾ ਨਹੀਂ ਹੈ। ਤੇ ਕਈ ਵਾਰ ਅਸੀਂ ਦੁਨਿਆਵੀ ਜਿਹੜੀ ਸਾਡੀ ਨਿਗਾਹ ਦੇ ਵਿੱਚ ਸਾਧੂ ਸਾਧ ਜਾਣਾ ਨਾ, ਉਹਨਾਂ ਦੇ ਨਾਲ ਜੋੜ ਲੈਂਦੇ ਵੀ ਇਹਨਾਂ ਨਾਲ ਭਾਈ ਬੋਲ ਚਾਲ ਨਾ ਕਰੋ। ਇਹਨਾਂ ਨੇ ਕੋਈ ਮਾੜਾ ਚੰਗਾ ਬੋਲਤਾ ਨਾ, ਤੇ ਬੋਲ ਟਲਣਾ ਨਹੀਂ ਹੈ ਇਹਨਾਂ ਦਾ। ਨਾ 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 ਨਾ, ਇਹ ਉਹਨਾਂ ਦੀ ਗੱਲ ਨਹੀਂ, ਇਹ ਗੁਰੂ ਦੀ ਗੱਲ ਆ। ਸਾਧ ਵਚਨ ਅਟਲਾਧਾ। ਗੁਰੂ ਵੱਲੋਂ ਕਿਹਾ ਹੋਇਆ ਵਚਨ ਸੱਚ ਹੈ, ਅਟਲ ਹੈ। ਉਹਦੇ ਵਿੱਚ ਰੱਤਾ ਭਰ ਵੀ ਝੂਠ ਨਹੀਂ। ਜੇ ਗੁਰੂ ਕਹਿੰਦਾ ਨਾ, ਜੋ ਆਇਆ ਸੋ ਚੱਲ ਸੀ, ਤੇ ਵਾਕਈ ਸੱਚ ਆ।
ਤੇ ਜੇ ਗੁਰੂ ਕਹਿੰਦਾ ਨਾ ਸਵਾਸਾਂ ਤੋਂ ਬਿਨਾਂ ਤੂੰ ਬੰਦਿਆ ਰਹਿ ਹੀ ਨਹੀਂ ਸਕਦਾ, ਇਹ ਗੁਰੂ ਨੇ ਦੱਸਤਾ। ਤੇ ਮਾਲਕ ਜੀ ਕਹਿੰਦੇ ਬਿਲਕੁਲ ਸੱਚ ਆ। ਹਾਂ, ਜੇ ਗੁਰੂ ਨੇ ਕਹਿਤਾ ਨਾ ਵੀ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਫਿਰ ਵੀ ਸੱਚ ਆ। ਜੇ ਉਹਨੂੰ ਭਾ ਜਾਵੇ ਤਾਂ ਉਹ ਬਿਨਾਂ ਸਾਹਾਂ ਤੋਂ ਵੀ ਚਲਾ ਸਕਦਾ। ਕਹਿਣ ਤੋਂ ਭਾਵ ਗੁਰੂ ਦਾ ਵਚਨ, ਗੁਰੂ ਦਾ ਸ਼ਬਦ ਇਹ ਸੱਚ ਆ, ਇਹ ਟਲਦਾ ਨਹੀਂ ਹੈ। ਸਾਧ ਵਚਨ ਅਟਲਾਦਾ। ਇੱਥੇ ਕੀ ਲਿਖਿਆਗਾ? ਅਟਲ ਵਚਨ ਸਾਧੂ ਜਨ ਸਭ ਮੈਂ ਪ੍ਰਗਟਾਇਆ। ਉਹ ਪਰਮਾਤਮਾ ਹੈ ਸਾਰਿਆਂ ਦੇ ਵਿੱਚ ਹੀ, ਪ੍ਰਗਟ ਹੋਇਆ ਵਾ ਸਾਰਿਆਂ ਦੇ ਵਿੱਚ ਹੀ ਹੈ, ਪਰ ਉਹ ਮਾਲਕ ਦਾ ਬਚਨ ਕਿਹੜਾ ਟਲਦਾ ਨਹੀਂ ਹੈ। ਜਿਸ ਜਨ ਹੋਆ ਸਾਧ ਸੰਗ ਤਿਸ ਭੇਟੇ ਹਰ ਰਾਇਆ। ਕਹਿੰਦੇ ਫਿਰ ਵਾਹਿਗੁਰੂ ਜੀ ਨਾ ਜਿੰਨਾ ਵੀ ਮਨੁੱਖਾਂ ਨੂੰ ਮਿਲ ਪੈਂਦੇ ਨੇ, ਗੁਰੂ ਦਾ ਸੰਗ ਪ੍ਰਾਪਤ ਹੋ ਜਾਂਦਾ ਹੈ, ਕਹਿੰਦੇ ਉਹ ਲੋਕ ਨਾ ਪਾਤਸ਼ਾਹ ਬਣ ਜਾਂਦੇ ਨੇ, ਜਿਨ੍ਹਾਂ ਨੂੰ ਆਪਾਂ ਕਹਿ ਦਈਏ ਰਾਜੇ ਬਣ ਜਾਂਦੇ ਨੇ। ਉਹ ਲੋਕ, ਉਹਨਾਂ ਲੋਕਾਂ ਦੀ ਇਉਂ ਕਹਿ ਲਓ ਸਾਰੀ ਅੰਦਰੋਂ ਬਾਹਰੋਂ ਅਮੀਰੀ ਕੱਟੀ ਜਾਂਦੀ ਹੈ, ਵਾਹਿਗੁਰੂ ਗਰੀਬੀ ਕੱਟੀ ਜਾਂਦੀ ਆ, ਦੁੱਖ ਕੱਟੇ ਜਾਂਦੇ ਨੇ, ਉਹਨਾਂ ਦੇ ਜੀਵਨ 'ਚ ਸੁੱਖ ਹੀ ਸੁੱਖ ਮਿਲਦੇ ਨੇ। ਸਰਨ ਪਰੇ ਕੀ ਰਾਖਤਾ ਨਾਹੀ ਸਹਸਾਇਆ। ਪਰ ਗੱਲ ਕੀ ਆ ਵੀ ਜਿਹੜਾ ਮਨੁੱਖ ਉਹ ਵਾਹਿਗੁਰੂ ਦੀ ਸ਼ਰਨ ਵਿੱਚ ਆਉਂਦਾ ਗਾ, ਸ਼ਰਨ ਤੋਂ ਬਾਹਰ ਰਹਿਣ ਵਾਲਿਆਂ ਨੂੰ ਨਹੀਂ, ਸ਼ਰਨ ਵਿੱਚ ਆਉਣ ਵਾਲਿਆਂ ਨੂੰ। ਫਿਰ ਕੀ ਆ? ਕਰਮ ਭੂਮ ਹਰ ਨਾਮ ਬੋਏ ਅਵਸਰ ਦੁਲਭਾਇਆ। ਕਹਿੰਦੇ ਤਾਂ ਹੀ ਉਹਦੀ ਜ਼ਿੰਦਗੀ ਦੁਰਲੱਭ ਬਣ ਸਕਦੀ ਆ ਜੇ ਉਹ ਆਪਣੇ ਕਰਮਾਂ ਨੂੰ ਸੋਹਣਾ ਬਣਾਵੇ, ਕੁਝ ਹਿੰਮਤ ਕਰੇ, ਕੁਝ ਬੋਲੇ, ਕੁਝ ਸੁਣੇ, ਕੁਝ ਹੌਸਲਾ ਕਰੇ, ਤਾਂ ਜ਼ਿੰਦਗੀ ਬਦਲ ਸਕਦੀ ਹੈ। ਜਿਵੇਂ ਨਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਵਿੱਚ ਇੱਕ ਗਰੀਬ ਜਿਹਾ ਵਿਅਕਤੀ ਆ ਗਿਆ। ਗਰੀਬ, ਫਟੇ ਹੋਏ ਕੱਪੜੇ ਨੇ, ਮੈਲੇ ਕੁਚੈਲੇ ਕੱਪੜੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰੇ ਪਹੁੰਚਿਆ। ਕਿੱਥੇ ਪਹੁੰਚਿਆ? ਆਨੰਦਪੁਰ ਸਾਹਿਬ। ਤੇ ਜਦੋਂ ਆ ਕੇ ਇਹਨੇ ਸੇਵਕਾਂ ਨੂੰ ਮਿਲਿਆ ਨਾ, ਸੇਵਕਾਂ ਨੂੰ, ਸੇਵਾਦਾਰਾਂ ਨੂੰ ਕਹਿੰਦਾ, ਭਾਈ ਮੈਂ 2-4 ਅੱਖਰ ਜੋੜ ਲੈਣਾ ਤੇ ਮੈਂ ਸੁਣਿਆ ਵੀ ਗੁਰੂ ਕਵੀ ਦਰਬਾਰ ਕਰਵਾਉਂਦਾ ਗਾ। ਜਮਨਾ ਦੇ ਕੰਢੇ ਤੇ ਤਾਂ ਕਵੀ ਦਰਬਾਰ ਪੱਕਾ ਹੀ ਚੱਲਦਾ ਨਾ। ਗੁਰੂ ਕਵਿਤਾਵਾਂ ਸੁਣਨ ਦਾ, ਚੰਗੀਆਂ ਚੰਗੀਆਂ ਗੱਲਾਂ ਸੁਣਨ ਦਾ ਬੜਾ ਸ਼ੌਂਕੀ ਆ ਗੁਰੂ। ਮੈਂ ਵੀ 1-2 ਗੱਲਾਂ ਜੋੜ ਕੇ ਨਾ ਕਵਿਤਾਵਾਂ ਬਣਾ ਲੈਣਾ ਗਾ। ਕੀ ਮੈਨੂੰ ਟਾਈਮ ਮਿਲ ਸਕਦਾ ਬੋਲਣ ਦਾ? ਤੇ ਸੇਵਾਦਾਰ ਕਹਿੰਦੇ ਟਾਈਮ ਤਾਂ ਮਿਲ ਸਕਦਾ, ਪਰ ਕਦੇ ਆਪਣੀ ਸ਼ਕਲ ਵੇਖੀ ਆ, ਆਪਣਾ ਸਰੀਰ ਵੇਖਿਆ? ਤੇ ਉਹ ਕਹਿੰਦਾ ਕਿਉਂ, ਮੇਰੇ ਸਰੀਰ ਨੂੰ ਕੀ ਹੋਇਆ? ਕਹਿੰਦੇ ਤਨ ਤੇ ਪਾਟੇ ਕੱਪੜੇ ਆ, ਮੈਲੇ ਕੁਚੈਲੇ ਕੱਪੜੇ ਆ, ਕਵੀ ਤੇਰੇ ਵਰਗੇ ਹੁੰਦੇ ਨੇ। ਤੇ ਅੰਦਰੋਂ ਕਹਿ ਲਓ ਜਿਵੇਂ ਆਪਾਂ ਕਹਿੰਦੇ ਨਾ ਬੁੱਝ ਗਿਆ, ਉਹਦਾ ਹੌਸਲਾ ਸੀ ਜਿਹੜਾ ਉਹ ਥੋੜਾ ਜਿਹਾ ਥਿੜਕ ਗਿਆ। ਆਸ ਕਰਕੇ ਆਇਆ ਸੀ, ਪਰ ਇਹ ਤਾਂ ਮੇਰੇ ਕੱਪੜਿਆਂ ਤੇ ਹੀ ਖੜੇ ਨੇ ਸਾਰੇ, ਇਹਨਾਂ ਦਾ ਧਿਆਨ ਤਾਂ ਮੇਰੇ ਤਨ ਤੇ ਹੀ ਖੜਾ ਜੇ। ਜਦੋਂ ਵਾਪਸ ਪਰਤਣ ਲੱਗਿਆ ਨਾ, ਇੱਕ ਗੁਰਮੁਖ ਪਿਆਰਾ ਉਹਨੂੰ ਮਿਲ ਪਿਆ। ਕਹਿੰਦਾ ਕੀ ਗੱਲ ਭਰਾਵਾ, ਥੋੜਾ ਜਿਹਾ ਇਉਂ ਲੱਗਦਾ ਜਿਵੇਂ ਹੌਸਲਾ ਟੁੱਟਿਆ ਹੁੰਦਾ ਗਾ। ਕਹਿੰਦਾ ਹਾਂ, ਮੈਂ ਆਇਆ ਸੀ ਕੁਝ ਆਸ ਲੈ ਕੇ ਵੀ ਗੁਰੂ ਦਰਬਾਰ ਦੇ ਵਿੱਚ ਕਵੀ ਦਰਬਾਰ ਹੁੰਦਾ ਤੇ ਮੈਂ ਵੀ ਕੋਈ ਕਵਿਤਾ ਸੁਣਾਵਾਂਗਾ। ਟੁੱਟੀ ਭੱਜੀ ਜੀ ਨਾ 2-4 ਅੱਖਰ ਜੋੜ ਕੇ ਮੈਂ ਕਵਿਤਾ ਬਣਾ ਲੈਣਾ ਤੇ ਮੈਂ ਵੀ ਸੁਣਾਵਾਂਗਾ। ਉਹ ਕਹਿੰਦਾ ਫਿਰ ਜ਼ਰੂਰ ਸੁਣਾ, ਤੂੰ ਮੁੜਿਆ ਕੁਝ ਇੰਨਾ ਵਾਪਸ ਕਿਉਂ ਨਾ? ਕਹਿੰਦਾ ਮੈਨੂੰ ਸੁਨੇਹਾ ਮਿਲਿਆ ਵੀ ਤੇਰੇ ਵਰਗਿਆਂ ਨੂੰ ਇੱਥੇ ਥਾਂ ਨਹੀਂ ਮਿਲਦਾ ਗਾ। ਪਾਟੇ ਕੱਪੜੇ ਆ, ਮੈਲੇ ਕੁਚੈਲੇ ਕੱਪੜੇ ਆ, ਤੇਰਾ ਸਰੀਰ ਵੇਖ ਲਾ ਕਿਹੋ ਜਿਹਾ, ਤੂੰ ਗਰੀਬ ਜਿਹਾ ਦਿਸਦਾਗਾ, ਤੇਰੇ ਵਰਗਿਆਂ ਨੂੰ ਥਾਂ ਥੋੜੀ ਮਿਲਦਾ ਗਾ। ਇਹ ਗੱਲ ਕਿਹਨੇ ਕਹੀ ਹੋਣੀ ਆ? ਅੱਛਾ, ਜਿਹਨੇ ਇਹ ਗੱਲ ਕਹੀ ਆ ਨਾ, ਉਹ ਨੇ ਗੁਰੂ ਦੇ ਸੇਵਾਦਾਰ। ਉਹ ਗੁਰੂ ਦੇ ਸੇਵਾਦਾਰ ਨੇ, ਉਹ ਕਿਤੇ ਅੱਜ ਤਾਂ ਨਹੀਂ ਹਨ, 10ਵੇਂ ਪਾਤਸ਼ਾਹ ਦਰਬਾਰ 'ਚ ਅੱਜ ਵੀ ਹੈਗੇ ਨੇ। ਹੈਗੇ ਆ ਨਾ, ਜਿਨ੍ਹਾਂ ਲੋਕਾਂ ਨੇ ਕੇਵਲ ਚੋਲਿਆਂ ਨੂੰ ਤੇ ਕੱਪੜਿਆਂ ਨੂੰ ਮਾਨਤਾ ਦਿੱਤੀ ਆ, ਪਰ ਕੱਪੜਿਆਂ ਦੇ ਵਿੱਚ ਹੈ ਕੀ ਉਹ ਨਹੀਂ ਵੇਖਿਆ। ਹੁਣ ਕੱਪੜਿਆਂ ਦਾ ਕਿਆ ਗਾ? ਕੱਪੜੇ ਤਾਂ ਜਿੰਨੇ ਮਰਜ਼ੀ ਸੋਹਣੇ ਪਾ ਕੇ ਸਟੇਜ ਤੇ ਬਹਿ ਜਾਓ, ਚਮਕਦੇ ਗੋਟਾ ਲਾਓ, ਜਿੰਨੇ ਮਰਜ਼ੀ ਨਗ ਜੜੋ, ਜਿੰਨੇ ਮਰਜ਼ੀ ਮੋਤੀ ਜੜੋ, ਜਿਵੇਂ ਮਰਜ਼ੀ ਆਪਣੇ ਆਪ ਨੂੰ ਸ਼ਿੰਗਾਰ ਕੇ ਬਹਿ ਜਾਓ, ਪ੍ਰਭਾਵ ਹੀ ਪਾਉਣਾ ਨਾ ਪੈਂਦਾ। ਪਰ ਵਾਕਈ ਸੱਚ ਆ, ਲੋਕਾਂ ਨੇ ਕੱਪੜੇ ਹੀ ਵੇਖੇ ਨੇ, ਲੋਕਾਂ ਨੇ ਅੰਦਰ ਨਹੀਂ ਵੇਖਿਆ। ਤਾਈਓ ਕਿਸੇ ਕਵੀ ਨੇ ਲਿਖਿਆ ਗਾ, ਪਾਟੇ ਕੱਪੜੇ ਫਕੀਰ ਨਾ ਜਾਣੀ, ਦਿਲ ਵਿੱਚ ਰੱਬ ਵਸਦਾ। ਐਵੇਂ ਪਾਟੇ ਕੱਪੜੇ ਵੇਖ ਕੇ ਨਾ ਫਕੀਰ ਜਾ ਜਾਣ ਕੇ ਨਾ ਮੁੜ ਦਿਓ, ਦਿਲ ਦੇ ਵਿੱਚ ਪਰਮਾਤਮਾ ਨਾਲ ਸੱਚਮੁੱਚ ਪਿਆਰ ਹੈਗਾ।
ਕਹਿੰਦਾ ਕੋਈ ਗੱਲ ਨਹੀਂ, ਮੈਂ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਤੈਨੂੰ ਲੈ ਕੇ ਚੱਲਾਂਗਾ। ਉਹ ਰੱਬ ਦਾ ਪਿਆਰਾ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਲੈ ਵੜਿਆ, ਨਮਸਕਾਰ ਕੀਤੀ। ਸੱਚੇ ਪਾਤਸ਼ਾਹ, ਮਨ ਦੀ ਭਾਵਨਾ ਜਿਵੇਂ ਤੇਰੇ ਦਰ ਦੇ ਨਾ ਕਿੰਨੇ ਕਵੀ ਲੋਕ ਕਵਿਤਾਵਾਂ ਸੁਣਾਉਂਦੇ ਨੇ, ਤੇ ਮੇਰਾ ਵੀ ਚਿੱਤ ਮੰਨਦਾ, ਮੈਂ ਵੀ ਟੁੱਟੀ ਭੱਜੀ ਜੀ ਕਵਿਤਾ ਤਿਆਰ ਕਰ ਲੈਣਾ ਤੇ ਸੁਣਾਉਣ ਨੂੰ ਚਿੱਤ ਮੰਨਦਾ ਮੇਰਾ ਵੀ। ਗੁਰੂ ਸਾਹਿਬ ਨੇ ਨਹੀਂ ਦੇਖੇ ਕੱਪੜੇ, ਗੁਰੂ ਸਾਹਿਬ ਨੇ ਨਹੀਂ ਦੇਖਿਆ ਤਨ ਮੈਲਾ ਕੁਚੈਲਾ, ਤੇ ਪਾਤਸ਼ਾਹ ਨੇ ਬੜੇ ਠੰਮੇ ਦੇ ਨਾਲ, ਹੌਸਲੇ ਦੇ ਨਾਲ, ਬੜੇ ਪਿਆਰ ਦੇ ਵਿੱਚ ਭਿੱਜ ਕੇ ਗੱਲ ਕਹੀ। ਕਹਿੰਦਾ ਕੋਈ ਗੱਲ ਨਹੀਂ ਪੁੱਤ, ਜ਼ਰੂਰ ਟਾਈਮ ਮਿਲੇਗਾ, ਜ਼ਰੂਰ ਵਕਤ ਮਿਲੂਗਾ, ਕੋਈ ਗੱਲ ਨਹੀਂ, ਪਰ ਮੈਂ ਤੇਰੇ ਨਾਲ ਕੁਝ ਜਾਣ ਪਛਾਣ ਕਰਨੀ ਚਾਹੁੰਦਾਗਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਿੱਥੋਂ ਆਇਆ? ਕਹਿੰਦਾ ਜੀ ਮੈਂ ਆਇਆ ਕਟੌਚ ਤੋਂ। ਤੇ ਇਹ ਕਟੌਚ ਇਲਾਕਾ ਕਿੱਥੇ ਹੈਗਾ? ਨੈਣਾ ਦੇਵੀ ਵਾਲਾ ਪਹਾੜ ਆਨੰਦਪੁਰ ਸਾਹਿਬ ਤੋਂ ਉੱਪਰ ਆ ਨਾ। ਨੈਣਾ ਦੇਵੀ ਵਾਲਾ ਪਹਾੜ ਅੱਗੇ ਲੰਘ ਕੇ ਆਉਂਦਾ ਕਹਿਲੂਰ ਦੀ ਹਰਾਸਤ। ਆਪਾਂ ਪੜ੍ਹਦੇ ਆ ਨਾ ਇਤਿਹਾਸ ਵਿੱਚ, ਕਹਿਲੂਰੀਏ ਰਾਜੇ, ਕਟੌਚੀਏ ਰਾਜੇ, ਇਹ ਉੱਥੋਂ ਦੇ ਪਹਾੜੀ ਏਰੀਏ ਦੇ ਰਾਜੇ ਨੇ। ਇਹ ਭਾਵ ਕਹਿਲੂਰ ਆਉਂਦਾ ਤੇ ਕਹਿਲੂਰ ਤੋਂ ਅੱਗੇ ਰਿਆਸਤ ਸ਼ੁਰੂ ਹੁੰਦੀ ਹੈ ਕਟੌਚ ਦੀ। ਜਿਵੇਂ ਆਪਾਂ ਕਹਿ ਦਈਏ ਇੱਧਰੋਂ ਜਾਣਾ ਹੋਵੇ ਨਾ ਵੀ ਆਨੰਦਪੁਰ ਸਾਹਿਬ ਤੋਂ ਉਰਲੇ ਬੰਨੇ ਰੋਪੜ, ਰੋਪੜ ਤੋਂ ਅੱਗੇ ਥੋੜਾ ਜਿਹਾ ਗਾਹਾਂ ਲੰਘਦੇ ਆ ਲੁਧਿਆਣਾ ਸ਼ੁਰੂ ਹੋ ਗਿਆ, ਤੇ ਉਦੋਂ ਅੱਗੇ ਬਠਿੰਡਾ ਸ਼ੁਰੂ ਹੋ ਗਿਆ। ਆਪਾਂ ਇੱਦਾਂ ਮੰਨ ਲੈਂਦੇ ਜ਼ਿਲ੍ਹਿਆਂ 'ਚ ਵੀ ਕਟੌਚ ਤੋਂ ਆਇਆ ਸੱਚੇ ਪਾਤਸ਼ਾਹ। ਸਤਿਗੁਰੂ ਕਹਿੰਦੇ ਸ਼ਾਬਾਸ਼, ਠੀਕ ਹੈ, ਤੇਰਾ ਨਾਮ ਕੀ ਆ? ਜਦੋਂ ਨਾਮ ਪੁੱਛਿਆ ਨਾ ਤੇਰਾ ਨਾਮ ਕੀ ਆ, ਇੱਥੇ ਗੜਬੜ ਹੋ ਗਈ। ਜਦੋਂ ਨਾਮ ਪੁੱਛਿਆ ਨਾ, ਇਹ ਰੋ ਪਿਆ, ਰੋ ਕੇ ਕਹਿੰਦਾ ਸੱਚੇ ਪਾਤਸ਼ਾਹ, ਗਰੀਬਾਂ ਦੇ ਕਾਹਦੇ ਨਾਂ ਹੁੰਦੇ ਨੇ? ਪਾਤਸ਼ਾਹ ਕਹਿੰਦੇ ਨਹੀਂ ਨਹੀਂ, ਦੱਸਦਾ ਸਹੀ ਨਾ, ਤੇਰਾ ਨਾਂ ਕੀ ਆ? ਕੋਈ ਮਾਂ ਪਿਓ ਨੇ ਨਾਂ ਤਾਂ ਰੱਖੀ ਹੋਣਾ ਨਾ। ਕਹਿੰਦਾ ਪਾਤਸ਼ਾਹ ਵੇਖ ਲਓ, ਗਰੀਬਾਂ ਦੇ ਕਾਹਦੇ ਨਾਂ ਹੁੰਦੇ ਨੇ? ਮੰਨ ਲਓ ਜੇ ਨਾਂ ਮਾਂ ਪਿਓ ਨੇ ਰੱਖਿਆ ਵੀ ਹੋਇਆ, ਸਾਨੂੰ ਕਿਹੜਾ ਕਿਸੇ ਨੇ ਨਾਂ ਲੈ ਕੇ ਬੁਲਾਉਣਾ? ਸਾਨੂੰ ਤਾਂ ਪੁੱਠੇ ਨਾਂ ਲੈ ਕੇ ਬੁਲਾਉਣਾਗਾ, ਸਾਨੂੰ ਕਿਹੜਾ ਕਿਸੇ ਨੇ ਨਾਂ ਲੈ ਕੇ ਬੁਲਾਉਣਾਗਾ। ਪਾਤਸ਼ਾਹ ਜੀ ਕਹਿੰਦੇ ਨਹੀਂ ਨਹੀਂ, ਤੁਸੀਂ ਆਪਣਾ ਨਾਮ ਤਾਂ ਦੱਸੋ ਨਾ, ਨਾਮ ਕੀ ਆ ਤੁਹਾਡਾ? ਪਾਤਸ਼ਾਹ ਨਾਮ ਤਾਂ ਮੇਰਾ ਹੰਸਰਾਜ ਆ। ਨਾਮ ਮੇਰੇ ਮਾਤਾ ਪਿਤਾ ਨੇ ਰੱਖਿਆ, ਆ ਨਕੰਮੇ ਜੇ ਸਰੀਰ ਦਾ ਨਾਮ ਨਾ ਹੰਸ ਰਾਜ ਰੱਖਿਆ ਪਿਆਗਾ। ਪਰ ਸੱਚੇ ਪਾਤਸ਼ਾਹ, ਕਹਿਲੂਰ ਦੀ ਰਿਆਸਤ, ਕਟੌਚ ਦੀ ਰਿਆਸਤ ਵਿੱਚ ਮੈਨੂੰ ਕਿਸੇ ਨੇ ਹੰਸਰਾਮ ਕਹਿ ਕੇ ਨਹੀਂ ਬੁਲਾਇਆ, ਤੇ ਮੈਨੂੰ ਤਾਂ ਸਾਰੇ ਕੀ ਕਹਿੰਦੇ ਆ, ਓਏ ਹੰਸੂਆ। ਨਾਲ ਓਏ ਲਫ਼ਜ਼ ਵੀ ਲਾਉਂਦੇ ਆ ਤੇ ਹੰਸੂਆ ਵੀ ਕਹਿੰਦੇ ਆ, ਹੰਸਰਾਜ ਕੋਈ ਨਹੀਂ ਕਹਿੰਦਾਗਾ। ਤੇ ਪਾਤਸ਼ਾਹ ਜੀ ਕਹਿੰਦੇ ਆ ਨਾ ਹੁਣ, ਕਹਿੰਦੇ ਕੋਈ ਗੱਲ ਨਹੀਂ, ਬੜੇ ਪਿਆਰ ਦੇ ਵਿੱਚ ਭਿੱਜ ਕੇ ਨਾ 10ਵੇਂ ਪਾਤਸ਼ਾਹ ਬੋਲਦੇ ਆ, ਕੀ ਕਹਿੰਦੇ ਨੇ? ਕਵੀ ਹੰਸ ਰਾਮ ਜੀ ਕੋਈ ਕਵਿਤਾ ਸੁਣਾਓ। ਕਵੀ ਹੰਸ ਰਾਮ ਜੀ ਕੋਈ ਕਵਿਤਾ ਸੁਣਾਓ। ਜਦੋਂ ਇੱਦਾਂ ਕਿਹਾ ਨਾ, ਮਨ ਦੇ ਵਿੱਚ ਇੰਨੀ ਖੁਸ਼ੀ ਹੋਈ, ਇੰਨੀ ਖੁਸ਼ੀ ਹੋਈ, ਇੰਨਾ ਅੰਦਰੋਂ ਖਿੜਿਆ। ਅੱਜ ਪਹਿਲੀ ਵਾਰ ਮੈਨੂੰ ਕਿਸੇ ਨੇ ਹੰਸ ਰਾਮ ਕਵੀ ਕਹਿ ਕੇ ਬੁਲਾਇਆਗਾ, ਪਹਿਲੀ ਵਾਰ। ਸ਼ੁਭ ਨਾਮ ਲੈਣ ਤੇ ਨਾ, ਸ਼ੁੱਧ ਨਾਂ ਲੈਣ ਤੇ ਇੰਨੀ ਖੁਸ਼ੀ ਹੋ ਗਈ ਮੈਨੂੰ, ਪਹਿਲੀ ਵਾਰ ਕਿਸੇ ਨੇ ਹੰਸ ਰਾਮ ਕਹਿ ਕੇ ਬੁਲਾਇਆਗਾ, ਉਹ ਵੀ 10ਵੇਂ ਪਾਤਸ਼ਾਹ ਨੇ ਕਹਿ ਕੇ ਬੁਲਾਇਆ ਨਾ। ਤੇ ਕਵਿਤਾ ਸ਼ੁਰੂ ਕਰ ਦਿੱਤੀ ਖੁਸ਼ੀ ਦੇ ਵਿੱਚ। ਇੱਕ ਕਵਿਤਾ ਸੁਣਾਈ ਤੇ 10ਵੇਂ ਪਾਤਸ਼ਾਹ ਕਹਿੰਦੇ ਹੋਰ ਸੁਣਾ, ਦੂਜੀ ਸੁਣਾਈ, ਪਾਤਸ਼ਾਹ ਕਹਿੰਦੇ ਹੋਰ ਸੁਣਾ, ਤੀਜੀ ਸੁਣਾਈ, ਕਹਿੰਦੇ ਹੋਰ ਸੁਣਾ। ਘੰਟਾ ਡੇਢ ਘੰਟਾ ਗੁਰੂ ਦਰਬਾਰ ਦੇ ਵਿੱਚ ਕਵਿਤਾਵਾਂ ਸੁਣਾਉਂਦਾ ਰਿਹਾ, ਕਵਿਤਾਵਾਂ ਸੁਣਾਉਂਦਾ ਰਿਹਾ। ਸਮਾਪਤੀ ਹੋਈ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਵਿਤਾਵਾਂ ਦੀ ਸਮਾਪਤੀ ਹੋਈ, ਆਵਾਜ਼ ਦਿੱਤੀ ਖਜ਼ਾਨਚੀ ਨੂੰ। ਖਜ਼ਾਨਚੀ ਨੂੰ ਆਵਾਜ਼ ਦਿੱਤੀ, ਰਾਮਚੰਦ ਜੀ, ਖਜ਼ਾਨਚੀ ਜੀ ਆਓ। ਪਹੁੰਚ ਗਏ। ਸੱਚੇ ਪਾਤਸ਼ਾਹ ਹੁਕਮ ਕਰੋ। ਖਜ਼ਾਨੇ ਵਿੱਚ ਕਿੰਨੀ ਕੁ ਅੰਦਰ ਮਾਇਆ ਪਈ ਹੈਗੀ, ਦੱਸੋ ਉਹਦੇ ਬਾਰੇ, ਨਿਗਾਹ ਮਾਰੋ, ਚੈੱਕ ਕਰੋ।
ਦੱਸਿਆ ਗਿਆ ਪਾਤਸ਼ਾਹ ਜੀ 18,000 ਮੋਹਰਾਂ ਪਈਆਂ ਨੇ, 18,000 ਮੋਹਰਾਂ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨਾ ਖਜ਼ਾਨਾ ਖਾਲੀ ਕਰ ਦੋ। ਪਾਤਸ਼ਾਹ ਕਿੱਧਰ ਲੈ ਕੇ ਜਾਣੀਆਂ? ਇਹ ਸਾਰੀਆਂ ਦੀਆਂ ਸਾਰੀਆਂ ਮੋਹਰਾਂ ਆ ਹੰਸਰਾਜ ਨੂੰ ਦੇ ਦਿਓ। ਜਦੋਂ ਇਦਾਂ ਗੱਲ ਕਹੀ ਨਾ, ਹੰਸਰਾਜ ਰੋ ਵੀ ਰਿਹਾ ਤੇ ਹੰਸਰਾਜ ਅੰਦਰੋਂ ਖੁਸ਼ ਵੀ ਹੋ ਰਿਹਾ। ਸੱਚੇ ਪਾਤਸ਼ਾਹ ਤੂੰ ਐਡਾ ਵੱਡਾ ਦਾਤਾ, ਮੈਂ ਤਾਂ ਅੱਜ ਪਹਿਲੀ ਵਾਰ ਤੇਰੇ ਘਰੇ ਆਇਆ ਸੀ, ਮੈਂ ਤਾਂ ਅੱਜ ਪਹਿਲੀ ਵਾਰ ਤੇਰੇ ਦਰਬਾਰ ਵਿੱਚ ਆਇਆ ਸੀ। ਸੋਚੋ ਥੋੜਾ ਜਿਹਾ ਇਸ ਸਾਖੀ ਤੋਂ ਨਾ, ਕਹਾਣੀ ਤੋਂ ਕੁਝ ਸਿੱਖਿਆ ਜ਼ਰੂਰ ਲਿਓ। ਖਜ਼ਾਨਚੀ ਨੂੰ ਕਹਿੰਦੇ ਪਾਤਸ਼ਾਹ, ਕਹਿੰਦੇ ਸਾਰੀਆਂ ਦੀਆਂ ਸਾਰੀਆਂ ਮੋਹਰਾਂ ਇਹ ਹੰਸ ਰਾਮ ਦੇ ਅੱਗੇ ਧਰ ਦੇ, ਇਹਨੂੰ ਦੇਣੀਆਂ ਨੇ। 18,000 ਮੋਹਰ ਹੰਸ ਰਾਮ ਨੂੰ ਦੇ ਦਿੱਤੀਆਂ, ਢੇਰ ਲਾਤਾ। ਪਾਤਸ਼ਾਹ ਬੜੇ ਖੁਸ਼ ਹੋਏ। ਫਿਰ ਨਾਲ ਦੀ ਨਾਲ ਬੇਨਤੀ ਕੀਤੀ, ਕਹਿੰਦੇ ਇਉਂ ਕਰੋ, ਜਿਹੜਾ ਗਵਾਲੀਅਰ ਦੀ ਸੰਗਤ ਹਾਥੀ ਲੈ ਕੇ ਆਈ ਹੈ ਨਾ, ਕਿਉਂਕਿ ਗੁਰੂ ਸਾਹਿਬ ਕੋਲ ਜਿਵੇਂ ਜਿਵੇਂ ਸੰਗਤਾਂ ਜਾਂਦੀਆਂ ਨੇ, ਕੁਝ ਨਾ ਕੁਝ ਦਰਸ਼ਨੀ ਭੇਟਾਵਾਂ ਜ਼ਰੂਰ ਲੈ ਕੇ ਜਾਂਦੀਆਂ ਨੇ। ਗਵਾਲੀਅਰ ਦੇ ਸੰਗਤ ਹਾਥੀ ਲੈ ਕੇ ਆਈ ਆ, ਉਹ ਹਾਥੀ ਤੇ ਪਾਲਕੀ ਸਜਾਓ। ਹਾਥੀ ਤੇ ਪਾਲਕੀ ਸਜਾ ਦਿੱਤੀ। ਪਾਤਸ਼ਾਹ ਹਾਥੀ ਤਿਆਰ ਹੈ। ਪਾਤਸ਼ਾਹ ਕਹਿੰਦੇ ਉਹ ਪਾਲਕੀ ਸਮੇਤ ਹਾਥੀ ਇਹ ਕਵੀ ਹੰਸਰਾਜ ਨੂੰ ਦੇ ਦਿਓ। ਦੇਖੋ ਕਮਾਲ ਦੀ ਗੱਲ ਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇਰਾ ਐਡਾ ਵੱਡਾ ਦਿਲ, ਸਾਡਾ ਦਿਲ ਨਹੀਂ ਐਡਾ ਵੱਡਾ ਹੈ ਨਾ। ਸਾਡਾ ਦਿਲ ਥੋੜੀ, ਸਾਡਾ ਤਾਂ ਚਿੜੀ ਦੇ ਬੱਚੇ ਤੋਂ ਵੀ ਦਿਲ ਛੋਟਾ ਹੈਗਾ, ਐਡਾ ਵੱਡਾ ਦਿਲ ਤੇਰਾ। ਪਾਤਸ਼ਾਹ ਨੇ ਸਜਿਆ ਸਜਾਇਆ ਹਾਥੀ ਕਵੀ ਹੰਸਰਾਜ ਕੋਲੇ ਲਿਆ ਖੜਾਇਆ। ਹੰਸਰਾਜ ਇਹ ਤੇਰਾ ਹਾਥੀ ਆ ਪੁੱਤ, ਤੂੰ ਜ਼ਰੂਰ ਗੁਰੂ ਦੇ ਘਰ ਨਾ ਆਇਆ ਵੀ ਕਰ ਤੇ ਜਾਇਆ ਵੀ ਕਰ। ਤੂੰ ਬੜੀ ਦੂਰੋਂ ਆਇਆ, ਕਟੌਚ ਤੋਂ ਚੱਲ ਕੇ ਆਇਆ ਨਾ, ਬੜੀ ਮਿਹਨਤ ਨਾਲ ਆਇਆ, ਤੇ ਅੱਜ ਤੋਂ ਬਾਅਦ ਤੂੰ ਗੁਰੂ ਦੇ ਘਰੇ ਨਾ ਜਦੋਂ ਆਵੇਂ ਹਾਥੀ ਤੇ ਆਵੇਂ। ਜਿਵੇਂ ਅੱਜ ਖੁਸ਼ ਹੋ ਕੇ ਆਪਾਂ ਕਹਿ ਦਈਏ ਫਲਾਣੇ ਨੂੰ ਗੱਡੀ ਦੇ ਦਿਓ, ਮੋਟਰਸਾਈਕਲ ਦੇ ਦਿਓ, ਪਰ ਦੇ ਤਾਂ ਦੇਵਾਂਗੇ, ਦਿਲ ਕਿਹਦਾ ਲੈ ਕੇ ਆਵਾਂਗੇ? ਦੇ ਤਾਂ ਦੇਵਾਂਗੇ ਨਾ, ਦਿਲ ਕੀ? ਚੱਲ ਦਿਲ ਵੀ ਆਜੂ, ਫਿਰ ਅੰਦਰੋਂ ਮਚੇਵਾ ਜਾ ਹੋਊਗਾ, ਇਹ ਵੀ ਸਿਆਪਾ ਹੀ ਹੈਗਾ। ਨਾ ਤਾਂ ਗੱਡੀ ਲਿਆ ਆ, ਇਹ ਤਾਂ ਮੋਟਰਸਾਈਕਲ ਲਿਆ ਆ, ਇਹ ਤਾਂ ਉਹ ਲਿਆ ਆ। ਧਾਨਾ ਉਹ ਬਾਜਾਂ ਬਾਲਿਆ, ਤੂੰ ਆਪਣੇ ਕਵੀਆਂ ਨੂੰ ਪਾਲਕੀਆਂ ਸਜਾ ਕੇ ਹਾਥੀ ਦਿਨਾਗਾ। ਸੋਚੋ ਅੱਜ ਦੀ ਮਹਿੰਗੀ ਤੋਂ ਮਹਿੰਗੀ ਗੱਡੀ ਦੇ ਬਰੋਬਰ ਆ ਹਾਥੀ ਉਹਨਾਂ ਟਾਈਮਾਂ ਦਾ, ਮਹਿੰਗੀ ਤੋਂ ਮਹਿੰਗੀ ਗੱਡੀ ਦੇ। ਪਾਤਸ਼ਾਹ ਕਹਿੰਦੇ ਜਦੋਂ ਵੀ ਆਵੇਂ ਜਾਵੇਂ ਨਾ ਹਾਥੀ ਤੇ ਆਉਣਾ ਹੋਣਾ, ਤੇ ਹਾਥੀ ਤੇ ਤਿਆਰ ਹੋ ਕੇ ਸੱਜ ਜਾ, ਬੈਠ ਜਾ। ਕਵੀ ਹੰਸਰਾਜ ਪਾਲਕੀ ਦੇ ਵਿੱਚ ਬੈਠਣ ਦੇ ਲਈ ਗੁਰੂ ਦਾ ਹੁਕਮ ਸੁਣ ਕੇ ਤਿਆਰ ਹੋ ਗਿਆ। ਤੇ ਹੁਣ ਜਾਂਦੀ ਜਾਂਦੀ ਵਾਰ ਨਾ ਕਵੀ ਜੀ ਇੱਕ ਗੱਲ ਕਹਿੰਦੇ ਨੇ, ਸੱਚੇ ਪਾਤਸ਼ਾਹ ਰੋ ਵੀ ਰਹੇ ਨੇ। ਕਹਿੰਦਾ ਮੈਂ ਮੋਹਰਾਂ ਮੰਗੀਆਂ ਨਹੀਂ, ਤੂੰ ਆਪੇ ਦਿੱਤੀਆਂ। ਹਾਥੀ ਮੰਗਿਆ ਨਹੀਂ, ਤੂੰ ਆਪੇ ਦਿੱਤਾ। ਹਾਥੀ ਮੰਗਿਆ ਨਹੀਂ ਨਾ, ਤੂੰ ਆਪੇ ਦਿੱਤਾ। ਪਾਤਸ਼ਾਹ ਹੁਣ ਮੈਂ ਇੱਕ ਚੀਜ਼ ਮੰਗ ਕੇ ਲੈਣੀ ਆ, ਇੱਕ ਚੀਜ਼। ਹੁਣ ਜਿਨ੍ਹਾਂ ਦੇ ਅੰਦਰ ਨਾ ਈਰਖਾ ਸ਼ੁਰੂ ਹੋ ਗਈ, ਮਚੇਵਾ ਸ਼ੁਰੂ ਹੋ ਗਿਆ, ਲੈ ਹਾਥੀ ਵੀ ਮਿਲ ਗਿਆ, ਮੋਹਰਾਂ ਵੀ ਮਿਲ ਗਈਆਂ, ਲੈ ਇਹਨੇ ਕੀਤਾ ਕੀ ਆ, ਘੰਟਾ ਬੋਲੇ ਹੀ ਆ। ਅੱਜ ਵੀ ਆਪਾਂ ਕਹਿੰਦੇ ਆ ਲੈ ਮੰਗ ਲਿਆ 1500, ਘੰਟਾ ਬੋਲੇ ਹੀ ਆ। ਆਪਣੀ ਅੱਜ ਵੀ ਭਾਵਨਾ ਇਹੀ ਹੁੰਦੀ ਆ, ਥੋੜੇ ਬਹੁਤੇ ਕਰ ਲੋ। ਸ਼ਰਾਬ ਲਿਆਉਣ ਵੇਲੇ ਨਹੀਂ ਕਹਿੰਦੇ ਹਨਾ, ਸਮੈਕ ਭੁੱਕੀ ਖਰੀਦਣ ਵੇਲੇ ਨਹੀਂ ਕਹਿੰਦੇਗੇ। ਆ ਹੁਣ ਖਬਰ ਆਈ ਆ, ਇੱਕ ਲੜਕਾ ਤੜਕੇ 3000 ਰੁਪਏ ਦਾ ਚਿੱਟਾ ਪੀ ਕੇ ਨਾ ਫੇਰ ਮੰਜੇ ਤੋਂ ਉੱਠਦਾਗਾ। ਸੋਚੋ ਵੀ ਘਰ ਕਿੱਥੇ ਜਾ ਕੇ ਖੜੂਗਾ, ਸੋਚੋ ਇੱਕ। ਤੇ ਅੱਜ ਸਾਡਾ ਪੈਸਾ ਕਿਹੜੇ ਬੁਰੇ ਕੰਮਾਂ 'ਚ ਬਰਬਾਦ ਹੋ ਰਿਹਾ ਹੈਗਾ। ਤਾਈਓ ਕਿਹਾ ਜਾਂਦਾ ਨਾ, ਜਾਂ ਬਾਬੇ ਕੇ ਤੇ ਜਾਂ ਬਾਬਰ ਕੇ ਲੈ ਜਾਂਦੇ ਨੇ ਭਾਈ। ਚਲੋ ਕਹਿਣ ਤੋਂ ਭਾਵ ਕਵੀ ਹੰਸਰਾਜ ਨੇ ਇੱਕ ਮੰਗ ਮੰਗੀ ਨਾ, ਜਿਨ੍ਹਾਂ ਦੇ ਅੰਦਰ ਈਰਖਾ ਸੀ, ਬਲਛਲ ਸੀ, ਮਚੇਵਾ ਸੀ, ਜਿਹੜੇ ਕੋਲ ਬੈਠੇ ਉਹੀ ਮੱਚੀ ਜਾਂਦੇ ਸੀ ਨਾ, ਲੈ ਗੁਰੂ ਸਾਹਿਬ ਨੇ ਤਾਂ ਕਮਲ ਕੁੱਟਿਆ, ਇੰਨੀਆਂ ਮੋਹਰਾਂ ਦੇਤੀਆਂ, ਦੱਸ ਇਹਨੇ ਕੀ ਕਰਨੀਆਂ ਨੇ, ਐਡਾ ਵੱਡਾ ਹਾਥੀ ਦੇਤਾ, ਦੱਸ ਇਹਨੇ ਕੀ ਕਰਨਾਗਾ। ਅਸੀਂ ਕਿੱਦਾਂ ਦੇ ਸੇਵਾ ਕਰਦੇ ਆ, ਸਾਡੇ ਬੰਨੀ ਝਾਕੇ ਹੀ ਨਹੀਂ, ਸਾਨੂੰ ਤਾਂ 20 ਸਾਲ ਹੋ ਗਏ ਸੇਵਾ ਕਰਦਿਆਂ ਨੂੰ। ਸਾਡੇ ਕੰਨੀ ਜਿਨ੍ਹਾਂ ਅੰਦਰ ਇਦਾਂ ਦਾ ਪੱਖ ਬਣਿਆ, ਸੋਚੋ। ਤੇ ਹੁਣ ਕਹਿੰਦੇ ਕੀ ਨੇ, ਕਹਿੰਦੇ ਲੈ ਆ ਗਿਆ ਆਪਣੀ ਕਰਤੂਤ ਤੇ ਦਿਖਾਤੀ, ਨੰਗ ਮਲੰਗਾਂ ਵਾਲੀ ਕਰਤੂਤ। ਕਹਿੰਦੇ ਆ ਨਾ ਆਪਣੇ ਵੱਲੋਂ ਨੰਗ ਮਲੰਗਾਂ ਵਾਲੀ ਕਰਤੂਤ ਦਿਖਾਤੀ। ਇੰਨਾ ਕੁਛ ਦੇਤਾ, ਸਬਰ ਫੇਰ ਨਹੀਂ, ਪਤਾ ਨਹੀਂ ਕੀ ਮੰਗੂਗਾ ਹੁਣ।
ਤੇ ਜਿਹੜੀ ਮੰਗ ਕਵੀ ਹੰਸਰਾਜ ਨੇ ਮੰਗੀ ਆ ਉਹ ਸਾਨੂੰ ਸਾਰਿਆਂ ਨੂੰ ਮੰਗਣੀ ਚਾਹੀਦੀ ਆ। ਹੁਣ ਪਾਤਸ਼ਾਹ ਨੂੰ ਕਹਿੰਦੇ ਆ, ਪਾਤਸ਼ਾਹ ਹਾਥੀ ਮੈਂ ਨਹੀਂ ਮੰਗਿਆ, ਮੋਹਰਾਂ ਮੈਂ ਨਹੀਂ ਮੰਗੀਆਂ, ਪਰ ਅਗਲੀ ਚੀਜ਼ ਇੱਕ ਮੰਗ ਕੇ ਲੈਣੀ ਆ। ਉਹ ਕਿਹੜੀ ਲੈਣੀ ਆ? ਮੈਨੂੰ ਤੇਰੇ ਚਰਨਾਂ ਵਿੱਚ ਥਾਂ ਦੇ ਦੇ। ਆਹ ਚੀਜ਼ ਮੰਗ ਕੇ ਲੈਣੀ ਆ। ਹਾਥੀ ਮੋਹਰਾਂ ਮੈਂ ਨਹੀਂ ਮੰਗਿਆ, ਪਰ ਮੈਨੂੰ ਤੇਰੇ ਚਰਨਾਂ ਵਿੱਚ ਥਾਂ ਦੇ ਦੇ। ਆਹ ਦਾਤ ਮੰਗ ਕੇ ਲੈਣੀ ਆ। ਫਿਰ ਧੰਨ ਗੁਰੂ ਗੋਬਿੰਦ ਸਿੰਘ ਨੇ ਪਤਾ ਕੀ ਕਿਹਾ ਸੀਗਾ? ਪਾਤਸ਼ਾਹ ਜੀ ਕਹਿੰਦੇ ਤੇਰੀ ਰੋਜ਼ ਦੀ ਹਾਜ਼ਰੀ ਪੱਕੀ। ਮਤਲਬ ਆਪਣੇ ਚਰਨਾਂ ਦੇ ਵਿੱਚ ਗੁਰੂ ਪਾਤਸ਼ਾਹ ਨੇ ਕਵੀ ਹੰਸਰਾਜ ਨੂੰ ਥਾਂ ਦੇ ਦਿੱਤੀ। ਤੇ ਜੋ ਪਾਤਸ਼ਾਹ ਨੇ ਕਵੀਆਂ ਦਾ ਇੱਕ ਗ੍ਰੰਥ ਤਿਆਰ ਕੀਤਾ ਨਾ, ਤੇ ਉਹ ਗ੍ਰੰਥ ਦੇ ਵਿੱਚ ਕਵੀ ਹੰਸਰਾਜ ਦਾ ਨਾਮ ਐਡ ਕੀਤਾ। ਅੱਜ ਜਦੋਂ 52 ਕਵੀਆਂ ਦੇ ਨਾਮ ਆਪਾਂ ਪੜ੍ਹਦੇ ਆ ਨਾ, ਉਹਨਾਂ 52 ਕਵੀਆਂ ਦੇ ਵਿੱਚੋਂ ਕਵੀ ਹੰਸਰਾਜ ਦਾ ਨਾਮ ਉਹਨਾਂ ਕਵੀਆਂ 'ਚ ਆਉਂਦਾ ਸੀ। ਕੌਣ? ਜਿਹਦੇ ਤਣ ਤੇ ਪਾਟੇ ਕੱਪੜੇ ਸੀ ਕੌਣ? ਜਿਹੜਾ ਗਰੀਬੀ ਦੇ ਦੁੱਖਾਂ ਦਾ ਮਾਰਿਆ ਹੋਇਆ ਸੀ ਕੌਣ? ਜਿਹਨੂੰ ਲੋਕ ਹੰਸਰਾਜ ਨਹੀਂ ਕੇਵਲ ਹੰਸੂ ਕਹਿੰਦੇ ਸਨ। ਅਗਲੀ ਗੱਲ ਹੋਰ ਕਰ ਲਈਏ, ਥੋੜੀ ਜਿਹੀ ਟਾਈਮ ਹੋ ਗਿਆ ਆਪਣਾ। ਅਨੰਦਪੁਰ ਸਾਹਿਬ ਤੋਂ ਚੱਲ ਪਿਆ। ਗੁਰੂ ਸਾਹਿਬ ਕਹਿੰਦੇ ਹਾਥੀ ਤੇ ਬੈਠ ਗਿਆ। ਨਾਲ ਮੋਹਰਾਂ ਨੇਗੀਆਂ, ਨਾਲ ਗੁਰੂ ਸਾਹਿਬ ਕਹਿੰਦੇ ਨਗਾਰਾ ਲੈ ਕੇ ਜਾਓ। ਨਗਾਰਾ ਵੀ ਵੱਜਣਾ ਸ਼ੁਰੂ ਹੋ ਗਿਆ। ਜਦੋਂ ਕਹਿਲੂਰ ਦੀ ਰਿਆਸਤ ਵਿੱਚ ਪਹੁੰਚ ਗਏ ਨਾ, ਨਗਾਰਾ ਵੱਜਦਾ, ਹਾਥੀ ਤੇ ਚੜੇ ਹੋਏ ਨੇ, ਮੋਹਰਾਂ ਦੇ ਨਾਲ ਘੋੜੇ ਲੱਦੇ ਹੋਏ ਨੇ। ਤੇ ਕਹਿਲੂਰ ਦਾ ਰਾਜਾ, ਉਹ ਕੌਣ ਆ? ਰਾਜਾ ਕਿਰਪਾਲ ਚੰਦ ਕਹਿਲੂਰੀਆ। ਰਾਜਾ ਕਿਰਪਾਲ ਚੰਦ ਕਹਿਲੂਰੀਆ ਸ਼ਿਕਾਰ ਖੇਡਣ ਆਇਆ ਹੋਇਆ ਸੀਗਾ ਉਹਨਾਂ ਪਹਾੜੀਆਂ 'ਚ। ਜਦੋਂ ਦੇਖਿਆ ਵੀ ਨਗਾਰਾ ਵੱਜਦਾ ਆਉਂਦਾ, ਉਹਨੇ ਸੋਚਿਆ ਕੋਈ ਮੇਰੀ ਰਿਆਸਤ ਵਿੱਚੋਂ ਦੀ ਨਾ ਕਿਸੇ ਰਿਆਸਤ ਦਾ ਮਾਲਕ ਰਾਜਾ ਲੰਘ ਰਿਹਾ ਗਾ। ਮੇਰੀ ਰਿਆਸਤ ਵਿੱਚੋਂ ਦੀ ਨਾ ਕਿਸੇ ਰਿਆਸਤ ਦਾ ਮਾਲਕ ਰਾਜਾ ਲੰਘ ਰਿਹਾ ਗਾ। ਜਦੋਂ ਦੇਖਿਆ ਨਾ, ਕਹਿੰਦਾ ਕੋਲ ਚੱਲ ਕੇ ਮਿਲ ਗਏ ਆਪਾਂ। ਜਦੋਂ ਕੋਲੇ ਚੱਲ ਕੇ ਆਇਆ ਨਾ, ਪਹਿਲਾਂ ਤਾਂ ਨਮਸਕਾਰ ਕੀਤੀ। ਕਿਉਂ ਕੀਤੀ? ਕਮਾਲ ਦੀ ਗੱਲ ਆ, ਨਗਾਰੇ ਵੱਜਦੇ ਨੇ, ਘੋੜਿਆਂ ਤੇ ਮੋਹਰਾਂ ਲੱਦੀਆਂ ਨੇ, ਉਹ ਤਹਾਂ ਚੜਿਆ, ਪਾਲਕੀ ਇੰਨੀ ਸੋਹਣੀ ਸਜਾਈ ਹੋਈ ਆ, ਪਾਲਕੀ ਦੇ ਵਿੱਚ ਰਾਜਾ ਬੈਠਾ ਗਾ। ਪਹਿਲਾਂ ਤਾਂ ਦੂਰੋਂ ਪ੍ਰਣਾਮ ਕੀਤਾ, ਸਜਦਾ ਕੀਤਾ, ਨਮਸਕਾਰ ਕੀਤੀ। ਤੇ ਫਿਰ ਕੀ ਕਹਿੰਦਾ? ਰਾਜਾ ਸਾਹਿਬ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਕਿਹੜੀ ਰਿਆਸਤ ਦੇ ਮਾਲਕ ਹੋ? ਕਵੀ ਹੰਸਰਾਜ ਚੁੱਪ, ਕਹਿੰਦਾ ਮੈਂ ਤਾਂ ਰਾਜਾ ਨਹੀਂ ਗਾ। ਕਵੀ ਹੰਸਰਾਜ ਕੀ ਕਹਿੰਦਾ? ਮੈਂ ਰਾਜਾ ਨਹੀਂ, ਮੈਂ ਤਾਂ ਗਰੀਬ ਹਾਂ। ਕਹਿਲੂਰ ਦਾ ਰਾਜਾ ਫਿਰ ਹੱਥ ਜੋੜ ਕੇ ਕਹਿੰਦਾ, ਰਾਜਾ ਸਾਹਿਬ ਬੋਲੋ ਤਾਂ ਸਹੀ, ਮੈਂ ਵੀ ਰਾਜਾ ਇਸੇ ਰਿਆਸਤ ਦਾ। ਹੁਣ ਕਵੀ ਨੇ ਤਾਂ ਪਛਾਣ ਲਿਆ ਵੀ ਰਾਜਾ ਹੀ ਆ, ਪਰ ਮੈਂ ਹੀ ਨਹੀਂ ਰਾਜਾ, ਤੂੰ ਰਾਜਾ ਹੈ, ਮੈਂ ਹੀ ਨਹੀਂ ਰਾਜਾ। ਜਦੋਂ ਤੀਜੀ ਵਾਰ ਕਿਹਾ ਨਾ, ਰਾਜਾ ਸਾਹਿਬ ਬੋਲੋ, ਤੁਸੀਂ ਕੌਣ ਹੋ? ਕਿੱਥੋਂ ਦੇ ਰਾਜੇ ਹੋ? ਆਓ ਮੇਰੇ ਘਰ, ਤੁਹਾਡੇ ਵਾਸਤੇ ਰੋਟੀ ਪਾਣੀ। ਤੁਸੀਂ ਮੇਰੀ ਰਿਆਸਤ ਵਿੱਚੋਂ ਦੀ ਲੰਘਦੇ ਹੋ ਨਾ, ਆਓ ਮੇਰੇ ਘਰ। ਕਿਉਂ? ਵੱਡਿਆਂ ਦੀ ਰੋਟੀ ਵੱਡਿਆਂ ਦੇ ਘਰ ਹੀ ਹੁੰਦੀ ਆ ਨਾ। ਆਓ ਮੇਰੇ ਘਰ ਰੋਟੀ ਪਾਣੀ। ਤੇ ਹੁਣ ਤੀਜੇ ਬਚਨਾਂ ਤੇ ਕਵੀ ਬੋਲ ਪਿਆ। ਕੀ ਬੋਲ ਪਿਆ? ਕਹਿੰਦਾ ਮੈਂ ਰਾਜਾ ਨਹੀਂ ਹਾਂ। ਕਹਿਲੂਰ ਦਾ ਰਾਜਾ ਕਹਿੰਦਾ ਕਮਾਲ ਦੀ ਗੱਲ ਆ, ਜੇ ਤੂੰ ਨਹੀਂ ਰਾਜਾ ਤੇ ਫਿਰ ਰਾਜਾ ਕਿਹੋ ਜਿਹਾ ਹੁੰਦਾ? ਤੂੰ ਤਾਂ ਰਾਜਾ ਨਾਲੋਂ ਵੀ ਵੱਧ ਕੇ ਆ। ਨਗਾਰੇ ਤੇਰੇ ਮੂਹਰੇ ਵੱਜਦੇ ਨੇ, ਘੋੜਿਆਂ ਤੇ ਮੋਹਰਾਂ ਲੱਦੀਆਂ ਨੇ, ਹਾਥੀ ਤੇ ਤੇਰੀ ਪਾਲਕੀ ਸਜੀ ਆ, ਪਾਲਕੀ ਦੇ ਵਿੱਚ ਤੂੰ ਸੁਸ਼ੋਭਤ ਆ। ਰਾਜਾ ਕਿਹੋ ਜਿਹਾ ਹੁੰਦਾ? ਤੂੰ ਤਾਂ ਰਾਜਾ ਨਾਲੋਂ ਵੀ ਵੱਧ ਕੇ ਆ। ਤੇ ਕਵੀ ਨੇ ਪਤਾ ਕੀ ਗੱਲ ਕਹੀ ਆ? ਤਾਈਓ ਗੁਰੂ ਨਾਨਕ ਦੇ ਚਰਨਾਂ 'ਚ ਥਾਂ ਮਿਲਦੀ ਆ। ਆਹ ਭਾਵਨਾ ਰੱਖ ਕੇ, ਹੰਕਾਰੀ ਭਾਵਨਾ ਰੱਖ ਕੇ ਥਾਂ ਨਹੀਂ ਮਿਲਦੀ ਇੱਥੇ। ਹੰਕਾਰੀ ਭਾਵਨਾ ਕਿਹੜੀ ਆ? ਭਾਵਨਾ ਇਹ ਆ, ਕਹਿੰਦਾ ਮੈਂ ਰਾਜਾ ਨਹੀਂ, ਸੱਚ ਜਾਣੀ ਮੈਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦਾ ਮੰਗਤਾ। ਤੇ ਜਦੋਂ ਕਿਹਾ ਨਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦਾ ਮੰਗਤਾ ਗਾ, ਤੇ ਕਹਿਲੂਰ ਦਾ ਰਾਜਾ ਨਾ ਕਿਰਪਾਲ ਚੰਦ ਪੈਰ ਦੇ ਅੰਗੂਠੇ ਤੋਂ ਲਾ ਕੇ ਸਿਰ ਦੇ ਵਾਲ ਤੱਕ ਕੰਬ ਗਿਆ ਸੀ। ਕਹਿੰਦਾ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦਾ ਮੰਗਤਾ ਐਡੇ ਤਕੜੇ ਸਾਜੋ ਸਮਾਨ ਦੇ ਰਾਹੀਂ ਲੰਘ ਰਿਹਾ ਗਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਹੋ ਜਿਹਾ ਹੋਊਗਾ? ਜੇ ਗੁਰੂ ਨਾਨਕ ਦੇ ਘਰ ਦਾ ਮੰਗਤਾ ਹਾਥੀ ਤੇ ਬੈਠ ਕੇ ਨਾ, ਮੋਹਰਾਂ ਛਿੱਕੇ ਨਾਲ ਲੈ ਕੇ, ਨਗਾਰੇ ਚੱਲ ਰਹੇ ਨੇ, ਵੱਜ ਰਹੇ ਨੇ, ਲੰਘ ਰਿਹਾ ਇੰਨੀ ਫੌਜ ਦੇ ਸਮੇਤ, ਫਿਰ ਗੁਰੂ ਨਾਨਕ ਦੇ ਘਰ ਦਾ ਮੰਗਤਾ ਇੰਨਾ ਅਮੀਰ ਹੈ, ਤੇ ਖੁਦ ਗੁਰੂ ਗੋਬਿੰਦ ਸਿੰਘ ਮਹਾਰਾਜ ਕਿੰਨਾ ਕੁ ਅਮੀਰ ਹੋਵੇਗਾ। ਕਹਿੰਦਾ ਮੈਨੂੰ ਉੱਥੇ ਹੀ ਲੈ ਚੱਲ ਜਿੱਥੋਂ ਤੂੰ ਆਇਆ ਵਾ।
ਜਿੱਥੋਂ ਤੂੰ ਆਇਆ ਨਾ ਮੈਨੂੰ ਉੱਥੇ ਲੈ ਕੇ ਚੱਲ। ਚਲੋ ਇਤਿਹਾਸ ਬਹੁਤ ਵੱਡਾ ਗਾ। ਫਿਰ ਕਿਰਪਾਲ ਚੰਦ ਰਾਜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲਣ ਆਇਆ ਸੀਗਾ, ਤਾਂਘ ਪ੍ਰਗਟ ਹੋਈ ਮਿਲਣ ਦੀ। ਤੇ ਤਾਈਓਂ ਗੁਰੂ ਨੇ ਕੀ ਕਿਹਾਗਾ, ਗੁਰੂ ਨੇ ਤਾਈਓਂ ਕਿਹਾਗਾ ਮੇਰਾ ਸਿੱਖ ਤੁਰਿਆ ਫਿਰਦਾ ਗੁਰਦੁਆਰਾ ਹੋਣਾ ਚਾਹੀਦਾ ਗਾ, ਮੇਰਾ ਸਿੱਖ ਤੁਰਿਆ ਫਿਰਦਾ ਗੁਰਦੁਆਰਾ ਹੋਣਾ ਚਾਹੀਦਾ। ਪਰ ਅੱਜ ਹੈਰਾਨੀ ਹੁੰਦੀ ਜਦੋਂ ਕੇਸ ਕੱਟਿਆਂ ਵਾਲੇ ਨਾ, ਜਿਨ੍ਹਾਂ ਦੀ ਇੱਜ਼ਤ ਨਹੀਂ, 0% ਇੱਜ਼ਤ ਆ, ਜਿਹੜੇ ਕਹਿੰਦੇ ਨੇ ਗੁਰਦੁਆਰੇ ਦੀਆਂ ਚਾਬੀਆਂ ਸਾਨੂੰ ਫੜਾ ਦਿਓ। ਕਮਾਲ ਦੀ ਗੱਲ ਆ, ਉਹ ਨਾ ਗੁਰਦੁਆਰੇ ਚ ਆਉਂਦੇ ਨੇ, ਨਾ ਮੰਦਿਰ ਚ ਆਉਂਦੇ ਨੇ, ਨਾ ਮਸੀਤ ਚ ਆਉਂਦੇ ਨੇ। ਉਹ ਤਾਂ ਮੈਨੂੰ ਐ ਲੱਗਦਾ ਕਿਸੇ ਮਟੀ ਨਾਲੋਂ ਵੀ ਮਾੜੇ ਹੋਣਗੇ ਜਿਹੜੇ ਕਹਿੰਦੇ ਨੇਗੇ। ਸੋਚੋ, ਤੇ ਬਾਬਾ ਕੀ ਕਹਿੰਦਾ, ਮੇਰਾ ਸਿੱਖ ਤੁਰਿਆ ਫਿਰਦਾ ਗੁਰਦੁਆਰਾ ਹੋਣਾ ਚਾਹੀਦਾ। ਦੇਖੋ ਕਵੀ ਹੰਸ ਰਾਜ ਤੁਰਿਆ ਫਿਰਦਾ ਗੁਰਦੁਆਰਾ ਬਣਾਤਾ ਦਸ਼ਮੇਸ਼ ਪਿਤਾ ਨੇ। ਕਹਿਲੂਰ ਦਾ ਰਾਜਾ ਮੱਥਾ ਟੇਕ ਕੇ ਇੱਕ ਗਰੀਬ ਬੰਦੇ ਨੂੰ ਨਾ ਮੱਥਾ ਟੇਕ ਕੇ ਕੀ ਕਹਿੰਦਾਗਾ, ਮੈਨੂੰ ਉੱਥੇ ਲੈ ਚੱਲ ਜਿੱਥੋਂ ਤੂੰ ਆਇਆ, ਜਿਹੜੇ ਦਾਤੇ ਦਾ ਤੂੰ ਮੰਗਤਾਂਗਾ ਨਾ, ਮੈਨੂੰ ਉੱਥੇ ਲੈ ਚੱਲ। ਤੇ ਇੱਥੋਂ 2-3 ਗੱਲਾਂ ਸਿੱਧ ਹੁੰਦੀਆਂ ਨੇ। ਇੱਕ ਤਾਂ ਗੁਰੂ ਅਮੀਰੀ ਇੰਨੀ ਦਿੰਦਾ ਲੋਕ ਕਲਪ ਉੱਠਦੇ ਨੇ। ਇੱਕ ਗੁਰੂ ਦਿਲ ਕਰਕੇ ਇੰਨਾ ਅਮੀਰ ਬਣਾ ਦਿੰਦਾ, ਬੰਦਾ ਬਹੁਤ ਜ਼ਿਆਦਾ ਅਮੀਰ ਹੋ ਜਾਂਦਾ ਗਾ। ਇੱਕ ਗੁਰੂ ਗਰੀਬੀ ਕੱਟ ਦਿੰਦਾ ਗਾ, ਤੇ ਦੂਜਾ ਗੁਰੂ ਸੋਭਾ ਬਹੁਤ ਦਿੰਦਾ ਗਾ। ਦੇਖੋ ਜਦੋਂ ਆਇਆ ਸੀ ਉਹਦੇ ਟੁੱਟੀਆਂ ਜੀਆਂ ਚੱਪਲਾਂ ਨੇ, ਪਾਟੇ ਜੇ ਕੱਪੜੇ ਨੇ, ਸੜਿਆ ਜਾ ਜੀਵਨ। ਤੇ ਆ ਕੇ ਪਹਿਲਾਂ ਕੀ ਕਿਹਾ ਸੀ, ਮੈਨੂੰ ਥਾਂ ਚਾਹੀਦੀ ਹੈ ਵਾਹਿਗੁਰੂ, ਮੈਨੂੰ ਗੁਰੂ ਦਰਬਾਰ ਵਿੱਚ ਕਵਿਤਾ ਲਾਉਣ ਨੂੰ ਟਾਈਮ ਚਾਹੀਦਾ। ਤੇ ਸੇਵਾਦਾਰਾਂ ਨੇ ਜਵਾਬ ਦਿੱਤਾ ਸੀ ਨਾ, ਨਹੀਂ ਟਾਈਮ ਨਹੀਂ ਮਿਲਦਾ ਗਾ। ਤੇ ਫਿਰ ਦਸ਼ਮੇਸ਼ ਪਿਤਾ ਨੇ ਟਾਈਮ ਛੱਡੋ, ਪੱਕੇ ਤੌਰ ਤੇ ਥਾਂ ਹੀ ਦੇਤੀ ਸੀ ਆਪਣੇ ਘਰ ਦੇ ਵਿੱਚ। ਇੱਥੋਂ ਸਿੱਧ ਹੁੰਦਾ ਯਕੀਨ, ਭਰੋਸਾ, ਵਿਸ਼ਵਾਸ। ਤੇ ਅੱਜ ਦੀ ਬਾਣੀ ਵੀ ਆਪਾਂ ਇਹੀ ਪੜ੍ਹੀ ਹੈ ਨਾ, ਇਹ ਪ੍ਰਤੀਤ ਗੋਬਿੰਦ ਕੀ ਜਪ, ਇਹ ਬਾਣੀ ਗੋਬਿੰਦ ਕੀ ਜਪ, ਤੂੰ ਪੜ੍ਹਿਆ ਕਰ ਜਪ। ਫਿਰ ਕੀ ਕਿਹਾਗਾ, ਹਰ ਸੁਖ ਪਾਇਆ ਤਾਂ ਤੂੰ ਸੁਖ ਪਾ ਸਕਦਾ ਹੈ। ਅੱਗੇ ਲਾਸਟ ਵਿੱਚ ਪਾਤਸ਼ਾਹ ਜੀ ਕਹਿੰਦੇ ਨੇ, ਮਤ ਭੂਲੋ ਮਨੁੱਖ ਮਾਇਆ, ਕਰਮਾਇਆ ਨਾਨਕ ਤਿਸ ਪਤ ਰਾਖਸੀ, ਜੋ ਪ੍ਰਭ ਪਹਿਰਾਇਆ। ਉਹ ਵਾਹਿਗੁਰੂ ਬਹੁਤ ਕਰਾਮਾਤਾਂ ਦਾ ਮਾਲਕ ਹੈ। ਕਰਾਮਾਤ ਤੋਂ ਭਾਵ ਹੁੰਦਾ, ਇਹ ਨਹੀਂ ਹੁੰਦਾ ਵੀ ਐ ਹੱਥ ਨਾਲ ਸ਼ਕਤੀ ਜੀ ਮਾਰੀ, ਅੱਖਾਂ ਨਾਲ ਨਿਗਾਹ ਜੀ ਮਾਰੀ, ਧਾਗੇ ਤਵੀਤ ਜੇ ਕਰਤੇ ਵੀ ਉਹਨੂੰ ਸ਼ਕਤੀ ਕਹਿੰਦੇ ਨੇ, ਕਰਾਮਾਤ ਕਹਿੰਦੇ ਨੇ। ਕਰਾਮਾਤ ਤੋਂ ਭਾਵ ਹੁੰਦਾ ਅੱਤ ਦਾ ਕਰਮ। ਕਰਾਮਾਤੀ ਹੈ ਜਿਹਨੇ 100 ਮਣ ਸੈਂਕੜਾ, ਭਾਵ ਕਿੱਲੇ ਦੇ ਵਿੱਚੋਂ ਦਾਣੇ ਕੱਢੇ ਨੇ, ਕਰਾਮਾਤੀ। ਅਗਲਾ ਕਹਿੰਦਾ ਕੌਤਕੀ ਵਰਤਾਤਾ, ਤਾਂ ਭਾਵ ਜਿਹੜਾ ਆਪਣੇ ਕੰਮ ਦੇ ਵਿੱਚ ਪੂਰਾ ਐਕਸਪਰਟ ਆ, ਮਾਹਰ ਹੈਗਾ। ਇਦੋਂ ਵੱਡੀ ਕਰਾਮਾਤ ਕੀ ਹੋ ਸਕਦੀ ਹੈ ਨਾ। ਇਸ ਕਰਕੇ ਕਰਾਮਾਤ ਦਾ ਅਰਥ ਵੱਡਾ ਕਰਮ, ਚੰਗਾ ਕਰਮ। ਸੋ ਇੱਥੋਂ ਤੱਕ ਅੱਜ ਬੇਨਤੀਆਂ ਕਬੂਲ ਕਰਨੀਆਂ, ਭੁੱਲਾਂ ਦੀ ਖਿਮਾ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ